ਜੀ। ਚੱਕਰ ਚਿਹਨ ਅਰ ਬਰਨ ਜਾ, ਅਰ ਪਾਤ ਨਹਿਨ ਜੇ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਤੋਜ ਕੀਜੈ। ਕੋਟ ਇੰਦਰ ਇੰਦਰਾਨ, ਸਾਹੇ ਸਾਹਾਨ ਗਨਿਜੈ। ਤੇਰ ਭਵਨ ਮਹੀਪ, ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਨ ਕਹਿਤ, ਤੁਹੈ ਸਰਬ ਨਾਮ ਕਥੈ ਕਵਨ। ਕਰਮ ਨਾਮ ਵਰਨਤ ਸਮਤ, ਬਹੁ ਸਾਸਤਰ ਬਹੁ ਸਿਮਰਤੀ। ਵੇਖੈ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ। ਨਾਨਕ ਨਾਮ ਅਮੋਲ, ਸੁਕਾਉ ਟਲ ਗੁਰ ਸੇਵੀ। ਅਹਨਿਸ ਸਹਜ ਸੁਭਾਈ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾ, ਹੋਵੈ ਸਿਫਤ ਖਸੰਭਦੀ। ਨੂਰ ਅਰਸੋਂ ਕੁਰਸੋਂ ਝਟੀ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਮਹਲਾ ਪੰਜਵਾ। ਘਰ ਪਹਿਲਾ ਦੋ ਤੁਕੀਆਂ। ਪ੍ਰਹਲਾਦ ਰੱਖੀ ਹਰ ਪੈਜ ਆਪ। ਬਸਤਰ ਛੀਨਤ ਦ੍ਰੋਪਤੀ ਰੱਖੀ ਲਾਜ। ਜਿਨ ਜਿਨ ਸੇਵਿਆ ਅੰਤ ਬਾਰ। ਰੇ ਮਨ ਸੇਵ ਤੋਂ ਪਰੈ ਪਾਰ। ਪ੍ਰਹਲਾਦ ਰੱਖੀ ਹਰ ਪੈਜ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਆਪ ਸੰਗਤ ਨੇ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਮਹਾਰਾਜ ਜੀਆਂ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ, ਜਿਸ ਦੇ ਨਾਲ ਸਾਡਾ ਇਹ ਮਨੁੱਖਾ ਜਨਮ ਸਫਲਾ ਹੋਇਆ ਹੈ। ਇਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਗੁਰਬਾਣੀ ਦੀ ਦਾਤ ਜੋ ਸਾਨੂੰ ਪ੍ਰਾਪਤ ਹੋ ਰਹੀ ਹੈ, ਭਾਵਨਾ ਦੇ ਨਾਲ ਮਹਾਰਾਜ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪਹਿਲਾਦ ਰੱਖੀ ਹਰ ਪੈਜ ਆਪ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਸ਼ਬਦ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਤੇ ਪਾਤਸ਼ਾਹ ਨੇ ਬਚਨ ਬਖਸ਼ਿਆ, ਸੁਨ ਸਾਖੀ ਮਨ ਜਪ ਪਿਆਰ। ਭਗਤਾਂ ਦੀਆਂ, ਸੰਤਾਂ ਦੀਆਂ, ਗੁਰਮੁਖਾਂ ਦੀਆਂ ਜੀਵਨ ਘਟਨਾਵਾਂ ਮਹਾਰਾਜ ਨੇ ਸ਼ਬਦ ਵਿੱਚ ਜ਼ਿਕਰ ਕੀਤੀਆਂ। ਗੁਰੂ ਕਿਹਾ, ਸਿੱਖਾ ਜਦੋਂ ਉਹਨਾਂ ਭਗਤਾਂ ਦੇ ਜੀਵਨ ਨੂੰ ਸਰਵਣ ਕਰੇਗਾ ਤੇਰੇ ਮਨ ਵਿੱਚ ਵੀ ਪਿਆਰ ਪੈਦਾ ਹੋਵੇਗਾ, ਸ਼ਰਧਾ ਪੈਦਾ ਹੋਵੇਗਾ। ਕੁਝ ਗੁਰਮੁਖ ਜਨਾਂ ਦਾ ਇਤਿਹਾਸ ਤੇ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ। ਇਹ ਸ਼ਬਦ ਦੀਆਂ 3 ਪੌੜੀਆਂ ਪਿੱਛੇ ਸਰਵਣ ਕਰ ਲਈਆਂ। ਚੌਥੀ ਪੌੜੀ ਦੇ ਵਿੱਚ ਮਹਾਰਾਜ ਕਹਿਣ ਲੱਗੇ, ਪ੍ਰਹਿਲਾਦ ਭਗਤ ਜੀ ਹੋਏ, ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ। ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਹ ਬਚਨ ਆਪਾਂ ਕੱਲ ਸਰਵਣ ਕਰ ਲਿਆ ਸਨ ਵੀ ਭਗਤ ਪ੍ਰਹਿਲਾਦ ਜੀ ਨੂੰ ਹਰਨਾਕਸ਼ ਕਿਵੇਂ ਮਾਰਨਾ ਚਾਹੁੰਦਾ ਅਤੇ ਅਕਾਲ ਪੁਰਖ ਨੇ ਕਿਵੇਂ ਰੱਖਿਆ ਕੀਤੀ ਹੈ, ਹਰਨਾਕਸ਼ ਦਾ ਅੰਤ ਕੀਤਾ। ਪਾਤਸ਼ਾਹ ਕਹਿੰਦੇ ਜਦੋਂ ਜੀਵਨ ਪੜ੍ਹੇਗਾ ਨਾ ਭਗਤ ਪ੍ਰਹਿਲਾਦ ਦਾ ਤੇ ਤੇਰੇ ਮਨ ਵਿੱਚ ਸਾਖੀ ਸੁਣ ਕੇ ਕਿ ਰੱਖਿਆ ਕਿਵੇਂ ਹੋਈ ਹੈ, ਉਸਨੇ ਸਾਰਿਆਂ ਥਾਵਾਂ ਤੇ ਵੇਖਿਆ ਕਿਵੇਂ ਹੈ, ਤੇਰੇ ਮਨ ਵਿੱਚ ਵੀ ਐਸਾ ਪਿਆਰ ਪੈਦਾ ਹੋਵੇ। ਪ੍ਰਹਿਲਾਦ ਰੱਖੀ ਹਰ ਪੈਜ ਆਪ, ਉਸ ਅਕਾਲ ਪੁਰਖ ਨੇ ਆਪ ਪੈਜ ਕਹੀਏ ਇੱਜ਼ਤ ਭਗਤ ਪ੍ਰਹਿਲਾਦ ਦੀ ਰਖਣਾ ਕੀਤੀ ਹੈ। ਵਸਤਰ ਛੀਨਤ ਦ੍ਰੋਪਦੀ ਰੱਖੀ ਲਾਜ। ਜੋ ਦ੍ਰੋਪਦੀ ਹੈ 5 ਪਾਂਡਵਾਂ ਦੀ ਪਤਨੀ ਹੈ, ਉਸ ਦੇ ਬਸਤਰ ਲਾਉਣ ਦਾ ਹੁਕਮ ਦੁਰਯੋਧਨ ਦੇ ਵੱਲੋਂ ਹੋਇਆ। ਕਿਸ ਦੇ ਬਸਤਰ ਉਤਾਰ ਦਿੱਤੇ ਜਾਣ, ਪਰ ਆਪ ਜੀ ਨੂੰ ਉਸ ਵੇਲੇ ਲਾਜ ਰੱਖੀ, ਇੱਜ਼ਤ ਰੱਖੀ ਹੈ, ਮਾਨ ਰੱਖਿਆ। ਗੁਰਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਅੰਦਰ ਸਭਾ ਦੁਸਾਸਨ ਹੈ, ਮੱਥੇ ਵਾਲ ਦ੍ਰੋਪਤਾ ਆਂਦੀ। ਇਹ ਜਦੋਂ ਸਜਿਆ ਨਾ ਦਰਬਾਰ, ਜਿਹਦੇ ਵਿੱਚ ਦਰੋਣਾਚਾਰੀਆ ਵਰਗੇ ਬੈਠੇ ਹੋਏ, ਭੀਸ਼ਮ ਪਿਤਾਮਾ ਵਰਗੇ ਬੈਠੇ ਹੋਏ, ਧ੍ਰਿਤਰਾਸ਼ਟਰ ਵਰਗੇ ਰਾਜੇ ਬੈਠੇ ਹੋਏ, ਤੇ ਜਿਸ ਸਭਾ ਦੇ ਵਿੱਚ ਕੌਰਵ ਬੈਠੇ ਹੋਏ ਕਰਨ ਵਰਗੇ, ਅਤੇ ਇਸੇ ਤਰ੍ਹਾਂ ਦੁਰਯੋਧਨ ਵਰਗੇ, ਦੁਸ਼ਾਸਨ ਵਰਗੇ ਬੈਠੇ ਹੋਏ, ਜੇ ਸਭਾ ਦੇ ਵਿੱਚ 5 ਪਾਂਡਵ ਅਰਜੁਨ ਵਰਗੇ, ਭੀਮ ਸੈਨ ਵਰਗੇ ਬੈਠੇ ਹੋਏ, ਕਹਿਣ ਲੱਗੇ ਉਸ ਸਭਾ ਦੇ ਵਿੱਚ ਜੂਆ ਖੇਲਣ ਦੀ ਕਾਰਵਾਈ ਹੋਈ ਹੈ। ਜੂਆ ਖੇਡਿਆ ਗਿਆ ਕੌਰਵਾਂ ਤੇ ਪਾਂਡਵਾਂ ਦੇ ਵੱਲੋਂ, ਤੇ ਜੂਏ ਦੇ ਵਿੱਚ ਪਾਂਡਵ ਸਾਰਾ ਕੁਝ ਹੀ ਹਾਰ ਗਏ, ਆਪਣਾ ਰਾਜ ਭਾਗ, ਆਪਣੀ ਫੌਜ, ਇੱਥੋਂ ਤੱਕ ਕਿ ਯੁਧਿਸ਼ਟਰ ਨੇ ਆਪਣੇ ਭਰਾ ਵੀ ਸਾਰੇ ਦਾਅ ਦੇ ਉੱਪਰ ਲਾ ਦਿੱਤੇ। ਜਦੋਂ ਸਭ ਪਾਸੇ ਹਾਰ ਗਿਆ ਤੇ ਫਿਰ ਦ੍ਰੋਪਦੀ ਨੂੰ ਵੀ ਦਾਅ ਦੇ ਉੱਪਰ ਲਾ ਦਿੱਤਾ, ਤੇ ਜੂਆ ਖੇਡਦਿਆਂ ਦ੍ਰੋਪਦੀ ਵੀ ਹਾਰ ਗਏ। ਜਦੋਂ ਇਹ ਸਾਰਾ ਕੁਝ ਹੋਇਆ, ਉਸ ਵੇਲੇ ਦੁਰਯੋਧਨ ਨੇ ਹੁਕਮ ਦਿੱਤਾ ਆਪਣੇ ਭਰਾ ਦੁਸ਼ਾਸਨ ਨੂੰ, ਕਹਿਣ ਲੱਗਾ, ਜਾ ਦੁਸ਼ਾਸਨ, ਇਹਨਾਂ ਨੇ ਦ੍ਰੋਪਦੀ ਨੂੰ ਜੂਏ ਵਿੱਚ ਆਪਣੇ ਕੋਲ ਹਾਰਿਆ ਹੈ, ਹੁਣ ਉਹ ਆਪਣੀ ਦਾਸੀ ਹੈ, ਹੁਣ ਉਹ ਮਹਾਰਾਣੀ ਨਹੀਂ ਰਹਿ ਗਈ ਹੈ, ਉਹ ਗੋਲੀ ਬਣ ਗਈ ਹੈ, ਜਾ ਕੇ ਉਸ ਨੂੰ ਬੁਲਾ ਕੇ ਲੈ ਗਿਆ। ਜਦੋਂ ਦੁਸ਼ਾਸਨ ਲੈਣ ਵਾਸਤੇ ਗਿਆ, ਉਸ ਵੇਲੇ ਦ੍ਰੋਪਦੀ ਨੇ ਮਨਾ ਕੀਤਾ ਵੀ ਮੇਰੀ ਮਰਜ਼ੀ ਹੈ, ਮੈਂ ਆਵਾਂ ਸਭਾ ਵਿੱਚ ਕਿ ਨਾ ਆਵਾਂ, ਮੈਂ ਰਾਣੀ ਹਾਂ। ਵਾਪਸ ਆ ਕੇ ਦੁਸ਼ਾਸਨ ਨੇ ਦੱਸਿਆ ਦੁਰਯੋਧਨ ਨੂੰ ਵੀ ਇਸ ਤਰ੍ਹਾਂ ਦ੍ਰੋਪਦੀ ਨੇ ਮਨਾ ਕੀਤਾ ਹੈ, ਤੇ ਉਸ ਵੇਲੇ ਦੁਰਯੋਧਨ ਨੇ ਬੜੇ ਗੁੱਸੇ ਵਿੱਚ ਆਖਿਆ, ਜੇ ਨਹੀਂ ਆਉਂਦੀ ਹੈ ਉਹਦੇ ਸਿਰ ਦੇ ਵਾਲਾਂ ਤੋਂ ਫੜ ਕੇ ਘਸੀਟ ਕੇ ਜਿਵੇਂ ਮਰੇ ਹੋਏ ਪਸ਼ੂ ਨੂੰ ਖਿੱਚ ਕੇ ਲਿਆਈਦਾ, ਇਸ ਤਰ੍ਹਾਂ ਖਿੱਚ ਕੇ ਸਭਾ ਦੇ ਵਿੱਚ ਲੈ ਕੇ ਆਉਣਾ ਕਰ। ਇਧਰੋਂ ਦੁਸ਼ਾਸਨ ਲੈਣ ਵਾਸਤੇ ਚਲਾ ਗਿਆ। ਇਤਿਹਾਸਕਾਰਾਂ ਨੇ ਪ੍ਰਸੰਗ ਲਿਖਿਆ ਵੀ ਉਸ ਵੇਲੇ ਦ੍ਰੋਪਦੀ ਨੇ ਕੇਸੀ ਇਸ਼ਨਾਨ ਕੀਤਾ ਹੋਇਆ ਹੈ, ਚੱਲਣ ਵਾਸਤੇ ਫਿਰ ਜਦੋਂ ਹੁਕਮ ਕੀਤਾ, ਦ੍ਰੋਪਦੀ ਨਹੀਂ ਮੰਨੀ ਹੈ, ਸਿਰ ਦੇ ਵਾਲਾਂ ਤੋਂ ਫੜ ਕੇ ਧਰੂ ਕੇ ਉਸ ਵੇਲੇ ਸਭਾ ਦੇ ਵਿੱਚ ਲਿਆਂਦਾ ਗਿਆ। ਜਦੋਂ ਸਭਾ ਦੇ ਵਿੱਚ ਲੈ ਆਂਦਾ, ਉਸਨੇ ਆ ਕੇ ਬੜੇ ਤਰਲੇ ਪਾਏ ਆਪਣੇ ਪਤੀਆਂ ਦੇ ਅੱਗੇ, ਦੁਰਯੋਧਨ ਇਸੇ ਤਰ੍ਹਾਂ ਭੀਮ ਚੰਦ ਵਰਗਿਆਂ ਦੇ ਅੱਗੇ, ਅਰਜੁਨ ਵਰਗਿਆਂ ਦੇ ਅੱਗੇ, ਤੇ ਪਰ ਸਾਰੇ ਨੀਵੀਆਂ ਪਾ ਕੇ ਬੈਠ ਗਏ ਵੀ ਅਸੀਂ ਮਦਦ ਨਹੀਂ ਕਰ ਸਕਦੇ, ਕਿਉਂਕਿ ਅਸੀਂ ਖੁਦ ਆਪਣੇ ਆਪ ਨੂੰ ਜੂਏ ਵਿੱਚ ਹਾਰ ਦਿੱਤਾ ਤੇ ਤੈਨੂੰ ਵੀ ਹਾਰ ਚੁੱਕੇ ਹਾਂ, ਹੁਣ ਅਸੀਂ ਇਹਨਾਂ ਦੇ ਗੁਲਾਮ ਹਾਂ, ਇਹਨਾਂ ਦੇ ਨਾਲ ਅਸੀਂ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕਰ ਸਕਦੇ। ਉਸ ਵੇਲੇ ਦ੍ਰੋਪਦੀ ਨੇ, ਜੋ ਰਾਜਾ ਹੈ ਉਸ ਵੇਲੇ ਦਾ, ਉਹਦੇ ਅੱਗੇ ਤਰਲਾ ਕੀਤਾ ਵੀ ਤੁਸੀਂ ਰਾਜੇ ਹੋ, ਤੁਸੀਂ ਮੇਰੇ ਤੇ ਇਹ ਕਿਰਪਾ ਕਰੋ, ਕਿਉਂਕਿ ਦੁਰਯੋਧਨ ਨੇ ਹੁਕਮ ਦਿੱਤਾ ਵੀ ਇਹਦੇ ਕੱਪੜੇ ਉਤਾਰ ਦਿੱਤੇ ਜਾਣ,
ਇਸ ਨੂੰ ਨੰਗਿਆ ਕਰਕੇ ਮੇਰੀ ਝੂੜੀ ਵਿੱਚ ਲਿਆ ਕੇ ਬਿਠਾ ਦਿਓ। ਇਹ ਹੁਕਮ ਉਸ ਵੇਲੇ ਇਸ ਦੁਸ਼ਟ ਸਭਾ ਨੇ ਸੁਣਾ ਦਿੱਤਾ। ਸਾਰਿਆਂ ਦੇ ਕੋਲ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਕਹਿਣ ਲੱਗੇ, ਕਦੇ ਦਰੋਣਾਚਾਰੀਆ ਦਾ ਤਰਲਾ ਕੀਤਾ, ਕਦੇ ਇਸੇ ਤਰ੍ਹਾਂ ਭੀਸ਼ਮ ਪਿਤਾਮਾ ਦਾ ਤਰਲਾ ਕੀਤਾ। ਬੜੇ ਬੜੇ ਉੱਥੇ ਵੱਡੀ ਪਦਵੀ ਨੂੰ ਪਾਉਣ ਵਾਲੇ ਸਤਿਕਾਰਯੋਗ ਲੋਕ ਬੈਠੇ ਹੋਏ। ਰਾਜੇ ਧ੍ਰਿਤਰਾਸ਼ਟਰ ਦੇ ਅੱਗੇ ਵੀ ਉਸ ਵੇਲੇ ਤਰਲਾ ਕੀਤਾ, ਪਰ ਕੋਈ ਵੀ ਲਾਜ ਰੱਖਣ ਵਾਸਤੇ ਸਮਰੱਥ ਨਾ ਹੋਇਆ, ਕੋਈ ਬਚਾ ਨਾ ਸਕਿਆ। ਦੁਰਯੋਧਨ ਨੇ ਹੁਕਮ ਕਰਕੇ ਆਖਿਆ ਵੀ ਇਸ ਦੀ ਸਾੜੀ ਜਿਹੜੀ ਕੱਪੜੇ ਉਤਾਰ ਦਿੱਤੇ ਜਾਣ। ਜਦੋਂ ਕੱਪੜੇ ਉਤਾਰਨ ਦੀ ਨੌਬਤ ਆਈ ਹੈ, ਫਿਰ ਉਸਨੇ ਯਾਦ ਕੀਤਾ, ਕਹਿਣ ਲੱਗੀ, ਹੈ ਪ੍ਰਮਾਤਮਾ, ਹੁਣ ਤੇਰੇ ਬਿਨਾ ਇਸ ਦੁਸ਼ਟਾਂ ਦੀ ਸਭਾ ਵਿੱਚ ਮੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ ਹੈ। ਜਦੋਂ ਇਸ ਤਰ੍ਹਾਂ ਅਕਾਲ ਪੁਰਖ ਦੇ ਅੱਗੇ ਤਰਲਾ ਕੀਤਾ, ਭਾਈ ਗੁਰਦਾਸ ਜੀ ਕਹਿਣ ਲੱਗੇ, ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦ੍ਰੋਪਤਾ ਆਂਦੀ। ਜਿਹੜੀ ਦ੍ਰੋਪਤੀ ਹੈ, ਸਿਰ ਦੇ ਵਾਲਾਂ ਤੋਂ ਦੁਸ਼ਾਸਨ ਲੈ ਕੇ ਆਇਆ। ਸਭਾ ਦੇ ਵਿੱਚ ਦੂਤਾਂ ਨੂੰ ਫਰਮਾਇਆ, ਨੰਗੀ ਕਰੋ ਪੰਚਾਲੀ ਬਾਂਦੀ। ਦੁਰਯੋਧਨ ਨੇ ਹੁਕਮ ਦਿੱਤਾ, ਕਹਿਣ ਲੱਗਾ ਵੀ ਇਹਦੇ ਕੱਪੜੇ ਉਤਾਰ ਦਿਓ, ਨੰਗਿਆ ਕਰ ਦਿਓ, ਇਸ ਨੂੰ ਬੇਇੱਜ਼ਤ ਕਰੋ ਸਭਾ ਦੇ ਵਿੱਚ। ਕਿਉਂ? ਕਿਉਂਕਿ ਜਿਸ ਵੇਲੇ ਇਹਨਾਂ ਨੇ ਜੱਗ ਕੀਤਾ, ਭੋਜਨ ਕੀਤਾ, ਮੈਂ ਇਹਨਾਂ ਦੇ ਮਹਿਲ ਵਿੱਚ ਗਿਆ ਸੀ, ਕਿਸੇ ਕਾਰਨ ਮੈਂ ਪਾਣੀ ਦੇ ਵਿੱਚ ਡਿੱਗ ਪਿਆ। ਉਸ ਵੇਲੇ ਮੇਰੇ ਵੱਲ ਇਸਨੇ ਹੱਸ ਕੇ ਆਖਿਆ ਸੀ ਵੀ ਅੰਨੇ ਦੀ ਲਾਦ ਵੀ ਅੰਨੀ ਹੈ। ਮੇਰਾ ਇਹਨੇ ਮਜ਼ਾਕ ਉਡਾਇਆ, ਮੇਰੀ ਹਾਸੀ ਕੀਤੀ ਹੈ, ਹੁਣ ਮੈਂ ਇਹਦਾ ਵੀ ਮਜ਼ਾਕ ਦੁਨੀਆ ਦੇ ਸਾਹਮਣੇ ਬਣਾਵਾਂਗਾ। ਇਸ ਕਰਕੇ ਇਹਦੇ ਕੱਪੜੇ ਉਤਾਰ ਕੇ ਇਸ ਨੂੰ ਬੇਪਤ ਕੀਤਾ ਜਾਵੇ। ਪੰਜੇ ਪਾਂਡੋ ਵੇਖਦੇ ਉਹ ਘਾਟ ਰੁੱਧੀ ਨਾਰ ਜਿਨ੍ਹਾਂ ਦੀ। ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਪੰਜੇ ਪਾਂਡਵ ਉੱਥੇ ਹੀ ਬੈਠੇ ਸਨ, ਨਕੁਲ ਵਰਗੇ ਅਤੇ ਇਸੇ ਤਰ੍ਹਾਂ ਸਹਿਦੇਵ ਵਰਗੇ ਸਾਰੇ ਬੈਠੇ ਹੋਏ, ਅਰਜੁਨ ਵਰਗੇ, ਪਰ ਕਿਸੇ ਵਿੱਚ ਹੁਣ ਸਮਰੱਥਾ ਨਹੀਂ ਹੈ ਵੀ ਉਹਦੀ ਕੋਈ ਇੱਜ਼ਤ ਰੱਖ ਸਕੇ। ਅੱਖੀ ਮੀਟ ਧਿਆਨ ਧਰ, ਹਾਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਫਿਰ ਉਸਨੇ ਵੇਖਿਆ ਵੀ ਹੁਣ ਸਭਾ ਵਿੱਚ ਕੋਈ ਰੱਖਿਆ ਤੇ ਕਰੇਗਾ ਨਹੀਂ, ਨੇਤਰ ਬੰਦ ਕਰਕੇ ਹੱਥ ਜੋੜਦਾ। ਉਸ ਵੇਲੇ ਆਖਿਆ, ਹਰੇ ਕ੍ਰਿਸ਼ਨ, ਵੀ ਤੁਸੀਂ ਰੱਖਿਆ ਕਰੋ ਮਹਾਰਾਜ, ਤੁਹਾਡੇ ਬਿਨਾਂ ਰੱਖਿਆ ਕੋਈ ਨਹੀਂ ਕਰ ਸਕਦਾ। ਉਸ ਵੇਲੇ ਦਾ ਪ੍ਰਸੰਗ ਆਉਂਦਾ ਹੈ ਕਿ ਭਗਵਾਨ ਕ੍ਰਿਸ਼ਨ ਜੀ ਆਪਣੇ ਮਹਿਲ ਦੇ ਵਿੱਚ ਆਪਣੇ ਟਿਕਾਣੇ ਤੇ ਬੈਠੇ ਹੋਏ ਚੌਪੜ ਦਾ ਖੇਲ ਖੇਡਦੇ ਪਏ ਰੁਕਮਣੀ ਜੀ ਦੇ ਨਾਲ। ਤੇ ਜਦੋਂ ਇਹ ਇਧਰੋਂ ਤਰਲਾ ਕੀਤਾ ਨਾ ਵੀ ਮੇਰੀ ਰੱਖਿਆ ਕਰੋ, ਤੇ ਉਸ ਵੇਲੇ ਉਹਨਾਂ ਨੇ ਚੌਪੜ ਖੇਡਦਿਆਂ ਬਚਨ ਆਖਿਆ, ਅਰਬ ਖਰਬ। ਜਦੋਂ ਦੋ ਵਾਰੀ ਬਚਨ ਆਖਿਆ ਤੇ ਦ੍ਰੋਪਦੀ, ਇਹ ਬਚਨ ਸੁਣ ਕੇ ਭਗਵਾਨ ਜੀਆਂ ਦੇ ਮੂੰਹੋਂ ਰੁਕਮਣੀ ਜਿਹੜੀ ਗੋਪੀ ਹੈ ਉਹਨਾਂ ਦੀ ਰਾਣੀ, ਉਹਨੇ ਪੁੱਛਿਆ, ਕਹਿੰਦੀ ਜੀ ਚੌਪੜ ਦੇ ਖੇਡ ਵਿੱਚ ਤੇ ਕੋਈ ਅਰਬ ਖਰਬ ਨਾਂ ਦਾ ਕੋਈ ਸ਼ਬਦ ਹੈ ਨਹੀਂ, ਇਹ ਆਪ ਜੀ ਨੇ ਕੀ ਆਖਿਆ? ਉਸ ਵੇਲੇ ਭਗਵਾਨ ਜੀ ਚੁੱਪ ਕਰ ਗਏ। ਵਾਰ-ਵਾਰ ਪੁੱਛਿਆ ਰੁਕਮਣੀ ਨੇ, ਕਾਰਨ ਕੀ ਹੈ? ਦੱਸਣਾ ਪਿਆ। ਕਹਿਣ ਲੱਗੇ, ਮੇਰੀ ਇੱਕ ਭਗਤਨੀ ਮੁਸੀਬਤ ਵਿੱਚ ਫਸ ਗਈ ਹੈ, ਅਸੀਂ ਉਹਦੀ ਰੱਖਿਆ ਕਰਨ ਵਾਸਤੇ ਬਚਨ ਆਖਿਆ, ਉਹਨੂੰ ਨੰਗਿਆ ਕੀਤਾ ਜਾ ਰਿਹਾ, ਪਰ ਅਸੀਂ ਨੰਗਿਆ ਉਹਨੂੰ ਹੋਣ ਨਹੀਂ ਦੇਣਾ। ਇਹ ਸਾਡਾ ਬਚਨ ਹੋ ਗਿਆ ਅਰਬ ਖਰਬ। ਹੁਣ ਭਾਵੇਂ ਉਹ ਜਿੰਨਾ ਮਰਜ਼ੀ ਯਤਨ ਕਰ ਲੈਣ, ਉਹਦੇ ਕੱਪੜੇ ਕੋਈ ਉਤਾਰ ਨਹੀਂ ਸਕੇਗਾ। ਭਾਈ ਗੁਰਦਾਸ ਜੀ ਕਹਿੰਦੇ, ਅੱਖੀ ਮੀਟ ਧਿਆਨ ਧਰ। ਇਧਰੋਂ ਅੱਖਾਂ ਬੰਦ ਕੀਤੀਆਂ, ਦ੍ਰੋਪਦੀ ਨੇ ਧਿਆਨ ਧਾਰਿਆ। ਹਾਹਾ ਕ੍ਰਿਸ਼ਨ ਕਰੇ ਬਿਜਲਾਂਦੀ, ਹਰੇ ਕ੍ਰਿਸ਼ਨ ਕਹਿ ਕੇ ਯਾਦ ਕੀਤਾ। ਕੱਪੜ ਕੋਟ ਉਸਾਰਿਓ, ਮੰਨ ਲਓ ਵੀ ਕੱਪੜਿਆਂ ਦਾ ਕਿਲਾ ਹੀ ਬਣਾ ਦਿੱਤਾ। ਥੱਕੇ ਦੂਤ ਨਾ ਪਾਰ ਵਸਾਂਦੀ, ਦੂਤ ਥੱਕ ਗਏ, ਉਤਾਰ ਕੇ ਹੰਬ ਗਏ, ਡਿੱਗੀ ਪਏ, ਕੱਪੜਿਆਂ ਦੇ ਢੇਰ ਹੀ ਲੱਗ ਗਏ। ਕਿਸੇ ਵਿਦਵਾਨ ਨੇ ਲਿਖਿਆ, ਜਿਵੇਂ ਕੇਲੇ ਦੇ ਬੂਟੇ ਦੇ ਉੱਪਰੋਂ ਉਹਦੇ ਵੱਖਰੇ ਵੱਖਰੇ ਪੱਤਰੇ ਉਤਾਰੇ ਜਾਈਏ ਤੇ ਥੱਲੇ ਹੋਰ ਛਿਲਕਾਂ ਨਿਕਲਦੀਆਂ ਆਉਂਦੀਆਂ। ਕੇਲੇ ਦਾ ਪੌਦਾ ਹੈ ਨਾ, ਹੁੰਦਾ ਛੋਟਾ ਜਿਹਾ ਹੀ ਹੈ, ਉਹਦੇ ਉੱਪਰੋਂ ਛਿਲਕਾਂ ਉਤਾਰੀ ਜਾਈਏ, ਥੱਲਿਓਂ ਹੋਰ ਉਹਦੇ ਜਿਹੜੇ ਛਿਲਕੇ ਨਿਕਲਦੇ ਆਉਂਦੇ। ਇਸ ਤਰ੍ਹਾਂ ਸਾੜੀ ਉਤਾਰਦੇ ਪਏ, ਅੱਗੇ ਤੋਂ ਅੱਗੇ ਸਾੜੀ ਬਣਦੀ ਪਈ ਹੈ। ਹੱਥ ਮਰੋੜਨ ਸਿਰ ਧੁਨਨ, ਪਛੋ ਤਾਨ ਕਰਨ ਜਾਹੇ ਨਾ ਜਾਂਦੀ। ਆਪਣੇ ਸਿਰ ਉਸ ਵੇਲੇ ਹਿਲਾਉਂਦੇ ਪਏ, ਹੱਥ ਆਪਣੇ ਘੁਮਾਉਂਦੇ ਪਏ ਵੀ ਇਹ ਕੀ ਹੋ ਗਿਆ, ਪਛਤਾਵਾ ਹੁੰਦਾ ਪਿਆ। ਜੋ ਅਸੀਂ ਕਰਨਾ ਚਾਹੁੰਦੇ ਸਾਡੇ ਕੋਲੋਂ ਹੋਇਆ ਨਹੀਂ। ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸਰਮਾਂਦੀ। ਜਦੋਂ ਇੱਜ਼ਤ ਬਚ ਗਈ ਨਾ, ਉਸ ਵੇਲੇ ਘਰੇ ਆਈ, ਭਗਵਾਨ ਜੀ ਮਿਲੇ, ਕਹਿਣ ਲੱਗੇ, ਹਾਂ ਠੀਕ ਹੈ, ਇੱਜ਼ਤ ਬਚ ਗਈ ਹੈ ਨਾ, ਤੇਰੀ ਇੱਜ਼ਤ ਨੂੰ ਤਾਰ ਤੇ ਨਹੀਂ ਨਾ ਕੋਈ ਕਰ ਸਕਿਆ। ਉਸ ਵੇਲੇ ਬੜੀ ਲੱਜਾ ਦੇ ਸਹਿਤ ਹੋ ਕੇ ਆਖਿਆ ਵੀ ਇਹ ਤੁਸੀਂ ਕਿਰਪਾ ਕੀਤੀ ਹੈ। ਨਾਥ ਅਨਾਥਾਂ ਬਾਣ ਧੁਰਾਂਦੀ, ਆਪ ਜਿਹੜੇ ਅਨਾਥ ਨੇ, ਜਿਨ੍ਹਾਂ ਦਾ ਕੋਈ ਰਾਖੀ ਕਰਨ ਵਾਲਾ ਨਹੀਂ ਹੁੰਦਾ, ਮਹਾਰਾਜ ਉਹਦੀ ਰਾਖੀ ਤੁਸੀਂ ਆਪ ਕਰਦੇ ਹੋ।
ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤਿਹ ਰਾਖਿਆ ਗਨਕਾ ਪੜਤ ਪੂਰੇ ਤਿਹ ਕਾਜ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਹ ਬਚਨ ਹੈ। ਆਪ ਜੀ ਨੇ ਮਹਾਰਾਜ ਜਿਵੇਂ ਦ੍ਰੋਪਦੀ ਦੀ ਰੱਖਿਆ ਕੀਤੀ ਹੈ ਐਵੇਂ ਸਾਡੀ ਰੱਖਿਆ ਕਰੋ। ਸੁਣ ਸਾਖੀ ਮਨ ਜਪ ਪਿਆਰ। ਜਿਨ੍ਹਾਂ ਨੇ ਸਾਖੀਆਂ ਸੁਣੀਆਂ ਇਹ ਇਤਿਹਾਸ ਸੁਣਿਆ ਵੀ ਇਸ ਤਰ੍ਹਾਂ ਰੱਬ ਭਗਤਾਂ ਦੀ ਰੱਖਿਆ ਕਰਦਾ ਉਹਨਾਂ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ। ਐਸੀ ਆਪ ਕਿਰਪਾ ਕਰਦੇ ਹੋ। ਜਿਨ ਜਿਨ ਸੇਵਿਆ ਅੰਤ ਬਾਰ। ਜਿਨ੍ਹਾਂ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਸੇਵਿਆ ਕਹੀਏ ਸਿਮਰਿਆ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ। ਸੇਵਿਆ ਤੋਂ ਭਾਵ ਸਿਮਰਿਆ। ਜਿਨ੍ਹਾਂ ਨੇ ਤੈਨੂੰ ਸਿਮਰਿਆ ਜਿਨ੍ਹਾਂ ਨੇ ਤੈਨੂੰ ਯਾਦ ਕੀਤਾ ਹੈ ਉਹਨਾਂ ਦੀ ਤੂੰ ਇੱਜ਼ਤ ਰੱਖੀ ਹੈ। ਜਿਨ ਜਿਨ ਸੇਵਿਆ ਅੰਤ ਬਾਰ। ਅੰਤ ਵੇਲੇ ਵੀ ਕਿਸੇ ਨੇ ਯਾਦ ਕਰ ਲਿਆ ਨਾ ਕਹਿਣ ਲੱਗੇ ਉਹਨਾਂ ਦੀ ਰੱਖਿਆ ਵੀ ਆਪ ਕਰਦੇ। ਐਸੀ ਕਿਰਪਾ ਕਰਦੇ। ਦ੍ਰੋਪਦੀ ਨੇ ਪਹਿਲਾਂ ਆਪਣੇ ਪਤੀਆਂ ਨੂੰ ਯਾਦ ਕੀਤਾ। ਜਿਹੜੇ ਵੱਡੇ ਵੱਡੇ ਗੁਰੂ ਬੈਠੇ ਸਨ ਧਰਮ ਦੇ ਰਾਖੇ ਉਹਨਾਂ ਨੂੰ ਵੀ ਯਾਦ ਕੀਤਾ। ਕੋਈ ਰੱਖਿਆ ਨਾ ਕਰ ਸਕਿਆ। ਅੰਤ ਵੇਲੇ ਜਦੋਂ ਵੇਖਿਆ ਵੀ ਹੁਣ ਕੋਈ ਬਾਹ ਫੜਨ ਵਾਲਾ ਨਹੀਂ ਫਿਰ ਉਸ ਵੇਲੇ ਰੱਬ ਨੂੰ ਯਾਦ ਕੀਤਾ ਹੈ ਪਰਮਾਤਮਾ ਤੇਰੇ ਬਿਨਾ ਕੋਈ ਬਚਾ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਜਿਨ ਜਿਨ ਸੇਵਿਆ ਅੰਤ ਬਾਰ। ਦੁਨੀਆ ਨੂੰ ਧਿਆ ਕੇ ਯਾਦ ਕਰਕੇ ਵੇਖ ਲਿਆ ਗੱਲ ਨਹੀਂ ਬਣੀ। ਅੰਤ ਵੇਲੇ ਫਿਰ ਪਰਮਾਤਮਾ ਦੀ ਉਸ ਵੇਲੇ ਡੋਰੀ ਫੜੀ। ਪਰਮਾਤਮਾ ਤੇਰੇ ਬਿਨਾ ਕੋਈ ਰੱਖਿਆ ਨਹੀਂ ਕਰਦਾ। ਜਿਹੜੇ ਇਸ ਤਰ੍ਹਾਂ ਅੰਤ ਵੇਲੇ ਯਾਦ ਕਰਦੇ ਹਨ। ਏ ਮਨ ਸੇਵ ਤੋਂ ਪਰੈ ਪਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗਿਆ ਮਨਾ ਜੇ ਤੂੰ ਸੇਵੇਂਗਾ ਤੇ ਤੂੰ ਵੀ ਪਾਰ ਹੋ ਜਾਵੇਂਗਾ। ਪਰੇ ਪਾਰ ਵੀ ਪਾਰ ਹੋ ਜਾਵੇਂਗਾ ਸੰਸਾਰ ਤੋਂ। ਐਸ ਲੋਕ ਤੋਂ ਇਸ ਸਮੁੰਦਰ ਤੋਂ ਸੰਸਾਰ ਤੋਂ ਪ੍ਰਮਾਤਮਾ ਤੈਨੂੰ ਉਤਾਰ ਦੇਵੇਗਾ। ਐਸੀ ਕਿਰਪਾ ਕਰਦੇ ਹਨ। ਧੰਨੈ ਸੇਵਿਆ ਬਾਲ ਬੁੱਧ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਗਤ ਧੰਨਾ ਜੀ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 15 ਭਗਤਾਂ ਦੀ ਗੁਰਬਾਣੀ ਸੁਭਾਏਮਾਨ ਹੈ। ਉਹਨਾਂ ਵਿੱਚੋਂ ਇੱਕ ਭਗਤ ਧੰਨਾ ਜੀ ਹੋਏ। ਕਹਿਣ ਲੱਗੇ ਧੰਨੇ ਸੇਵਿਆ ਬਾਲ ਬੁੱਧ। ਬਾਲ ਬੁੱਧ ਤੋਂ ਭਾਵ ਹੁੰਦਾ ਬੱਚਿਆਂ ਵਾਲੀ ਮੱਤ ਜਿਹਨੂੰ ਆਪਾਂ ਕਹਿੰਦੇ ਭੋਲਾਪਨ। ਇਹ ਭਗਤ ਧੰਨਾ ਜੀ ਬੜੇ ਭੋਲੇ ਸਨ। ਭੋਲਾਪਨ ਇਹਨਾਂ ਦੇ ਵਿੱਚ ਪਰ ਉਹਨਾਂ ਨੇ ਤੈਨੂੰ ਸੇਵ ਕੇ ਤੈਨੂੰ ਯਾਦ ਕਰਕੇ ਤੈਨੂੰ ਸਿਮਰ ਕੇ ਤੇ ਮਹਾਰਾਜ ਪ੍ਰਾਪਤੀ ਕਰ ਲਈ ਹੈ। ਕਿਵੇਂ ਪ੍ਰਾਪਤੀ ਕੀਤੀ ਹੈ? ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਭਗਤ ਧੰਨਾ ਜੀ ਗਾਵਾਂ ਚਰਾਉਣ ਵਾਸਤੇ ਕਿਤੇ ਨਦੀ ਦੇ ਕਿਨਾਰੇ ਲੈ ਜਾਂਦੇ। ਕੀ ਵੇਖਦੇ ਪਏ ਇੱਕ ਬ੍ਰਾਹਮਣ ਰੋਜ਼ ਹੀ ਮੂਰਤੀ ਦਾ ਇਸ਼ਨਾਨ ਪੱਥਰ ਦਾ ਕਰਵਾ ਕੇ ਕੋਲ ਕੁਝ ਭੋਗ ਲਾਉਣ ਵਾਲੇ ਪਦਾਰਥ ਰੱਖ ਲੈਂਦਾ, ਕੁਝ ਧੂਫਾਂ ਧਖਾ ਲੈਂਦਾ ਤੇ ਇਸ ਤਰ੍ਹਾਂ ਕਰਕੇ ਉਸ ਵੇਲੇ ਪੂਜਾ ਕਰਦਾ। ਭਗਤ ਧੰਨਾ ਜੀ ਰੋਜ਼ ਹੀ ਵੇਖਦੇ ਵੀ ਰੋਜ਼ ਹੀ ਇਹ ਭਗਤੀ ਕਰਦਾ ਰਹਿੰਦਾ। ਉਸ ਵੇਲੇ ਇੱਕ ਦਿਨ ਪੁੱਛ ਹੀ ਲਿਆ ਭਗਤ ਧੰਨਾ ਜੀ ਨੇ। ਕਹਿੰਦੇ ਵੀ ਇਹ ਬ੍ਰਾਹਮਣ ਜੀ ਆਪ ਇਸ ਤਰ੍ਹਾਂ ਕੀ ਕਰਦੇ? ਕਹਿੰਦਾ ਜੀ ਮੈਂ ਠਾਕੁਰ ਦੀ ਪੂਜਾ ਕਰਦਾ, ਠਾਕੁਰ ਮੇਰੀ ਬੜੀ ਮਦਦ ਕਰਦਾ। ਭਗਤ ਧੰਨਾ ਜੀ ਬੜੇ ਭੋਲੇ। ਉਹ ਕਹਿਣ ਲੱਗੇ ਫਿਰ ਠਾਕੁਰ ਦੀ ਤੇ ਲੋੜ ਮੈਨੂੰ ਵੀ ਹੈ, ਕੰਮ ਤੇ ਮੈਨੂੰ ਵੀ ਬੜੇ ਨੇ ਤੇ ਜੇ ਮੈਨੂੰ ਠਾਕੁਰ ਮਿਲ ਜਾਵੇ ਰੱਬ ਤੇ ਫਿਰ ਮੈਂ ਵੀ ਆਪਣੇ ਸਾਰੇ ਕੰਮ ਜਿਹੜੇ ਇਹਨਾਂ ਕੋਲੋਂ ਕਰਵਾ ਲਵਾਂ। ਉਸ ਵੇਲੇ ਵਾਰ-ਵਾਰ ਉਸ ਬ੍ਰਾਹਮਣ ਨੂੰ ਕਹਿਣ ਲੱਗੇ ਵੀ ਮੈਨੂੰ ਵੀ ਇਹ ਠਾਕੁਰ ਚਾਹੀਦਾ। ਤੇ ਉਸ ਵੇਲੇ ਉਹ ਬ੍ਰਾਹਮਣ ਬੜਾ ਚਲਾਕ ਹੈ, ਬੜਾ ਲਾਲਚੀ ਹੈ। ਕਹਿਣ ਲੱਗਾ ਵੀ ਠਾਕੁਰ ਐਵੇਂ ਨਹੀਂ ਮਿਲਦਾ, ਉਹਦੇ ਵਾਸਤੇ ਭੇਟਾ ਦੇਣੀ ਪੈਂਦੀ ਹੈ। ਤੇ ਭਗਤ ਧੰਨਾ ਜੀ ਨੇ ਆਖਿਆ ਵੀ ਕੀ ਭੇਟਾ ਦਈਏ? ਕਹਿਣ ਲੱਗਾ ਵੀ ਜਿਹੜੀ ਸਭ ਤੋਂ ਚੰਗੀ ਲਵੇਰੀ ਗਊ ਹੈ ਨਾ, ਵਧੀਆ ਦੁੱਧ ਦੇਣ ਵਾਲੀ, ਉਹ ਮੈਨੂੰ ਦੇ ਤੇ ਤਾਂ ਮੈਂ ਤੈਨੂੰ ਠਾਕੁਰ ਦੇ ਸਕਦਾ। ਉਸ ਵੇਲੇ ਭਗਤ ਧੰਨਾ ਜੀ ਦੇ ਕੋਲੋਂ ਇੱਕ ਗਊ ਲੈ ਲਈ, ਗਾਂ ਲੈ ਲਈ ਦੁੱਧ ਦੇਣ ਵਾਲੀ। ਆਖਿਆ ਚੰਗਾ ਕੱਲ ਨੂੰ ਆਈ, ਮੈਂ ਤੈਨੂੰ ਵੱਡਾ ਠਾਕੁਰ ਘਰੋਂ ਦੇਵਾਂ। ਅਗਲੇ ਦਿਨ ਭਗਤ ਧੰਨਾ ਜੀ ਗਏ। ਉਸ ਵੇਲੇ ਇੱਕ ਪੱਥਰ ਦੇ ਦਿੱਤਾ ਆਪਣੇ ਵੱਲ। ਕਹਿਣ ਲੱਗੇ ਵੀ ਲੈ ਇਹਨੂੰ ਲੈ ਜਾ, ਇਹਦਾ ਜਾ ਕੇ ਇਸ਼ਨਾਨ ਕਰਾਇਆ ਕਰ, ਇਹਦੀ ਜਾ ਕੇ ਪੂਜਾ ਕਰਿਆ ਕਰ। ਇਸੇ ਤਰ੍ਹਾਂ ਹੀ ਕੀਤਾ ਭਗਤ ਧੰਨਾ ਜੀ। ਉਹ ਲੈ ਕੇ ਪੱਥਰ ਆਪਣੇ ਘਰ ਵਿੱਚ ਆ ਗਏ। ਬ੍ਰਾਹਮਣ ਵੱਲ ਵੇਖਦੇ ਸਨ ਵੀ ਉਹ ਮਠਿਆਈਆਂ ਲੈ ਕੇ ਆਉਂਦਾ, ਭੋਜਨ ਲੈ ਕੇ ਆਉਂਦਾ, ਭੋਗ ਲਵਾਉਂਦਾ, ਇਸ਼ਨਾਨ ਕਰਾਉਂਦਾ। ਉਸੇ ਤਰ੍ਹਾਂ ਹੀ ਭੋਲੇ ਨੇ ਨਾ, ਭੋਲਾ ਸੁਭਾਅ ਬੱਚਿਆਂ ਵਾਲਾ। ਆਪਨੇ ਵੀ ਆ ਕੇ ਪੱਥਰ ਦਾ ਇਸ਼ਨਾਨ ਕਰਾਇਆ, ਪਦਾਰਥ ਕੋਲ ਰੱਖ ਦਿੱਤੇ, ਬੈਠ ਗਿਆ। ਕਹਿੰਦੇ ਜੀ ਛਕੋ ਆਪ। ਭਾਈ ਗੁਰਦਾਸ ਜੀ ਕਹਿਣ ਲੱਗੇ ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ। ਇਹ ਭਾਈ ਗੁਰਦਾਸ ਜੀ ਗੁਰਮਤ ਦੇ ਸਭ ਤੋਂ ਪਹਿਲੇ ਵਿਦਵਾਨ ਹੋਏ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਰਿਸ਼ਤੇਦਾਰੀ ਵਿੱਚ ਮਾਮਾ ਜੀ ਲੱਗਦੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲਿਖਿਆ ਹੈ। ਉਹਨਾਂ ਨੇ ਬਚਨ ਕੀਤਾ। ਕਹਿਣ ਲੱਗੇ ਬਾਹਮਣ ਤੇ ਪੂਜਦਾ ਸੀ ਦੇਵਤੇ ਨੂੰ, ਤੇ ਉੱਥੇ ਭਗਤ ਧੰਨਾ ਜੀ ਗਊ ਚਰਾਉਣਾ ਵਾਸਤੇ ਆਉਂਦੇ। ਧੰਨੇ ਡਿੱਠਾ ਚਲਤ ਇਹ
ਭਗਤ ਧੰਨਾ ਜੀ ਨੇ ਵੇਖਿਆ ਵੀ ਇਹ ਰੋਜ਼ ਕੌਤਕ ਵੇਖਿਆ ਵੀ ਇਹ ਬ੍ਰਾਹਮਣ ਰੋਜ਼ ਹੀ ਪੂਜਾ ਕਰਦਾ ਹੈ। ਬਾਹਮਣ ਪੁੱਛਿਆ ਆਖ ਸੁਣਾਵੇ। ਫਿਰ ਇੱਕ ਦਿਨ ਪੁੱਛ ਹੀ ਲਿਆ ਭੋਲੇ ਭਾਏ, ਕਹਿੰਦੇ ਵੀ ਇਹ ਬ੍ਰਾਹਮਣ ਜੀ ਤੁਸੀਂ ਇਹ ਰੋਜ਼ ਹੀ ਪੱਥਰ ਰੱਖ ਕੇ ਮੂਰਤੀ ਪੂਜਾ ਕਰਦੇ, ਕੀ ਕਰਦੇ? ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ, ਕਹਿਣ ਲੱਗੇ ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਕਹਿੰਦੇ ਜੀ ਮੈਂ ਜੋ ਮੈਨੂੰ ਚਾਹੀਦਾ ਹੈ ਨਾ ਉਹ ਮੈਨੂੰ ਫਲ ਮਿਲਦਾ ਠਾਕੁਰ ਦੇ ਕੋਲੋਂ, ਤਾਂ ਮੈਂ ਇਹਨਾਂ ਦੀ ਪੂਜਾ ਕਰਦਾ। ਧੰਨਾ ਕਰਦਾ ਜੋਦੜੀ, ਜੱਟ ਨੂੰ ਆਪਣਾ ਮਤਲਬ ਹੈ ਨਾ। ਕਹਿਣ ਲੱਗਾ ਫਿਰ ਕੰਮ ਤੇ ਮੈਨੂੰ ਬੜੇ ਜ਼ਿਆਦੇ, ਤੁਹਾਡੇ ਤੇ ਥੋੜੇ, ਮੇਰੇ ਤੇ ਬੜੇ ਜ਼ਿਆਦੇ ਨੇ। ਧੰਨੇ ਨੇ ਹੱਥ ਜੋੜ ਕੇ ਜੋਦੜੀ ਕੀਤੀ, ਬੇਨਤੀ ਕੀਤੀ। ਬੇਨਤੀ ਇਹ ਕੀਤੀ ਹੈ, ਮੈਂ ਵੀ ਦੇਹ ਇੱਕ ਜੇ ਤੁਧ ਭਾਵੇ। ਕਹਿੰਦੇ ਜੀ ਇੱਕ ਠਾਕੁਰ ਫਿਰ ਮੈਨੂੰ ਦੇ ਦਿਓ ਤੇ ਮੈਂ ਉਹਦੇ ਕੋਲੋਂ ਸੇਵਾ ਵੀ ਕਰਾਂਗਾ ਅਤੇ ਕੰਮ ਵੀ ਕਰਾਵਾਂਗਾ। ਉਸ ਵੇਲੇ ਕਹਿਣ ਲੱਗੇ ਪੱਥਰ ਇੱਕ ਲਪੇਟ ਕੇ। ਬ੍ਰਾਹਮਣ ਨੇ ਆਖਿਆ ਵੀ ਐਵੇਂ ਨਹੀਂ ਮਿਲਦਾ ਠਾਕੁਰ, ਭੇਟਾ ਦੇ। ਗਊ ਲੈ ਲਈ ਭਗਤ ਧੰਨਾ ਜੀ ਦੇ ਕੋਲੋਂ ਗਾਂ, ਇੱਕ ਪੱਥਰ ਆਪਣੇ ਘਰੋਂ ਲਪੇਟ ਕੇ ਦੇ ਦਿੱਤਾ ਕੱਪੜੇ ਦੇ ਵਿੱਚ। ਦੇ ਧੰਨੇ ਨੂੰ ਗੈਲ ਛੁਡਾਵੇ, ਆਪਣਾ ਖਹਿੜਾ ਛੁਡਾਇਆ, ਜਿਹਨੂੰ ਆਪਾਂ ਕਹਿੰਦੇ ਨਾ ਸਿੱਧੇ ਸ਼ਬਦਾਂ ਵਿੱਚ ਵੀ ਜਾ ਲੈ ਜਾ ਤੇ ਮੇਰਾ ਖਹਿੜਾ ਛੱਡ। ਆਪਣਾ ਖਹਿੜਾ ਛੁਡਾ ਲਿਆ ਉਸ ਵੇਲੇ ਭਗਤ ਧੰਨਾ ਜੀ ਦੇ ਕੋਲੋਂ। ਠਾਕੁਰ ਨੂੰ ਨਿਵਾਲ ਕੇ ਸ਼ਾਹੇ ਰੋਟੀ ਲੈ ਭੋਗ ਚੜਾਵੇ। ਭਗਤ ਧੰਨਾ ਜੀ ਨੇ ਇਸ਼ਨਾਨ ਕਰਾਇਆ ਪੱਥਰ ਦਾ। ਇੰਨੇ ਚਿਰ ਨੂੰ ਪ੍ਰਸ਼ਾਦਾ ਆ ਗਿਆ, ਲੱਸੀ ਦਾ ਗਲਾਸ ਰੱਖ ਦਿੱਤਾ, ਰੋਟੀਆਂ ਰੱਖ ਦਿੱਤੀਆਂ। ਕਹਿਣ ਲੱਗਾ ਹੈ ਪ੍ਰਮਾਤਮਾ ਭਗਵਾਨ ਜੀ, ਉਹ ਜਿਹੜਾ ਬ੍ਰਾਹਮਣ ਤੁਹਾਨੂੰ ਪੂੜੀਆਂ ਛਕਾਉਂਦਾ, ਤੁਹਾਨੂੰ ਖੀਰਾਂ ਖਵਾਉਂਦਾ, ਬੜਾ ਕੁਝ ਖਵਾਉਂਦਾ, ਮੇਰੇ ਕੋਲ ਖੀਰਾਂ ਪੂੜੀਆਂ ਤੇ ਨਹੀਂ, ਆਹ ਪ੍ਰਸ਼ਾਦਾ ਤੇ ਲੱਸੀ ਪਈ ਹੈ, ਇਹੋ ਹੀ ਮੈਂ ਛਕਦਾ, ਇਹੋ ਹੀ ਤੁਹਾਨੂੰ ਛਕਣਾ ਪੈਣਾ, ਆਪ ਜੀ ਛਕੋ। ਇਸ ਤਰ੍ਹਾਂ ਬੇਨਤੀ ਕਰਦਾ ਪਿਆ। ਕਹਿਣ ਲੱਗੇ ਉਸ ਵੇਲੇ ਇਹ ਬੇਨਤੀ ਕਰਦਾ, ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁਤ ਬਣਾਵੇ। ਹੁਣ ਕਿੱਥੋਂ ਪੱਥਰ ਦੇ ਵਿੱਚੋਂ ਰੱਬ ਪੈਦਾ ਹੋਵੇ ਤੇ ਕਿੱਥੋਂ ਭੋਜਨ ਛਕੇ। 1 ਘੰਟਾ ਲੰਘ ਗਿਆ, 2 ਘੰਟੇ ਲੰਘ ਗਏ, ਭਗਤ ਜੀ ਨੇ ਵੇਖਿਆ ਵੀ ਇਹ ਛਕਦੇ ਹੀ ਨਹੀਂ ਪਏ। ਵਾਰ-ਵਾਰ ਮੱਥੇ ਟੇਕਦਾ, ਵਾਰ-ਵਾਰ ਪੂਜਾ ਕਰਦਾ, ਵਾਰ-ਵਾਰ ਬੇਨਤੀਆਂ ਕਰਦਾ, ਨਹੀਂ ਉਹਨਾਂ ਨੇ ਭੋਜਨ ਨਹੀਂ ਛਕਿਆ। ਤੇ ਫਿਰ ਬਚਨੇ ਕੀਤਾ, ਹਉ ਪੀ ਮੂੰਹ ਨਾ ਜੁਠਾਲ ਸਾ। ਕਹਿੰਦੇ ਮੈਂ ਵੀ ਨਹੀਂ ਮੂੰਹ ਜੂਠਾ ਕਰਦਾ, ਜਿੰਨਾ ਚਿਰ ਤੁਸੀਂ ਨਹੀਂ ਨਾ ਛਕਦੇ ਉਹਨਾਂ ਚਿਰ ਮੈਂ ਵੀ ਨਹੀਂ ਛਕਣਾ, ਭੁੱਖੇ ਹੀ ਬੈਠੇ ਰਹਿਣਾ ਇੱਥੇ। ਤੁਸੀਂ ਛਕੋਗੇ ਤੇ ਤਾਂ ਮੈਂ ਛਕਾਂਗਾ। ਤੂੰ ਰੁੱਠਾ ਕਿਹੋ ਨਾ ਸਿਖਾਵੇ, ਤੁਸੀਂ ਤੇ ਰੁੱਸ ਗਏ। ਭਗਤ ਜੀ ਦੇ ਮਨ ਵਿੱਚ ਇਹ ਹੈ ਵੀ ਇਹ ਰੁੱਸੇ ਨੇ ਤਾਂ ਨਹੀਂ ਛਕਦੇ ਪਏ, ਬ੍ਰਾਹਮਣ ਦਾ ਛਕਦੇ, ਮੇਰਾ ਨਹੀਂ ਛਕਦੇ, ਰੁੱਸ ਗਏ, ਮੇਰੇ ਨਾਲ ਨਾਰਾਜ਼ ਹੋ ਗਏ। ਕਹਿਣ ਲੱਗੇ ਜੀ ਜਿੰਨਾ ਚਿਰ ਤੁਸੀਂ ਨਹੀਂ ਨਾ ਛਕਦੇ ਉਹਨਾਂ ਚਿਰ ਮੈਂ ਵੀ ਨਹੀਂ ਛਕਾਂਗਾ। ਜਦੋਂ ਇਹ ਪ੍ਰਣ ਕਰ ਲਿਆ, ਕਹਿਣ ਲੱਗੇ ਉਸ ਵੇਲੇ ਆਵਾਜ਼ ਆਈ, ਭਗਤ ਧੰਨਿਆ ਇਹ ਪੱਥਰ ਕਦੇ ਰੋਟੀ ਨਹੀਂ ਖਾਇਆ ਕਰਦਾ ਤੇ ਤੂੰ ਇਹ ਜਿੱਦ ਨਾ ਕਰ। ਤੇ ਭਗਤ ਧੰਨਾ ਜੀ ਨੇ ਫਿਰ ਅੱਗੋਂ ਆਖਿਆ, ਕਹਿਣ ਲੱਗੇ ਮਹਾਰਾਜ ਮੈਂ ਵੀ ਪੱਥਰ ਨੂੰ ਖਵਾਉਣ ਦੀ ਥੋੜੀ ਗੱਲ ਕਰਦਾ ਪਿਆ, ਮੈਂ ਤੇ ਉਹਨੂੰ ਕਹਿੰਦਾ ਪਿਆ ਜਿਹੜਾ ਮੈਨੂੰ ਆਵਾਜ਼ ਦੇ ਕੇ ਇਹ ਗੱਲ ਕਹਿੰਦਾ ਨਾ ਪੱਥਰ ਨਹੀਂ ਖਾਂਦਾ, ਮੈਂ ਉਹਨੂੰ ਖਵਾਉਣ ਦੀ ਗੱਲ ਕਰਦਾ। ਪੱਥਰ ਅੱਗੇ ਦੇ ਮੈਂ ਵੀ ਨਹੀਂ ਇਹ ਗੱਲ ਕਰਦਾ ਪਿਆ। ਜਦੋਂ ਇਹ ਬਚਨ ਆਖਿਆ, ਕਹਿਣ ਲੱਗੇ ਗੁਸਾਈ ਪ੍ਰਤੱਖ ਹੋਏ। ਭਾਈ ਗੁਰਦਾਸ ਜੀ ਨੇ ਲਿਖਿਆ, ਰੱਬ ਉਸ ਵੇਲੇ ਪ੍ਰਤੱਖ ਹੋ ਗਿਆ, ਪ੍ਰਗਟ ਹੋ ਗਿਆ, ਪੱਥਰ ਪਾੜ ਗਿਆ ਤੇ ਆਪ ਸਾਹਮਣੇ ਹੋ ਗਿਆ ਭਗਤ ਧੰਨਾ ਜੀ ਦੇ। ਤੇ ਰੋਟੀ ਖਾਹੇ ਸ਼ਾਹੇ ਮੂੰਹ ਲਾਵੇ, ਪ੍ਰਸ਼ਾਦਾ ਛਕਿਆ ਭਗਤ ਧੰਨਾ ਜੀ ਦਾ। ਲੱਸੀ ਪੀ ਲਈ ਉਸ ਵੇਲੇ। ਕਹਿੰਦੇ ਭਗਤ ਧੰਨਿਆ ਖੁਸ਼ ਹੋ ਗਿਆ। ਕਹਿੰਦੇ ਜੀ ਬੜਾ ਹੀ ਖੁਸ਼ ਹੋਇਆ, ਤੁਸੀਂ ਭੋਗ ਲਾ ਲਿਆ। ਤੇ ਉਸ ਵੇਲੇ ਠਾਕੁਰ ਜੀ ਨੇ ਪੁੱਛਿਆ ਭਗਵਾਨ ਨੇ, ਕਹਿੰਦੇ ਭਗਤ ਧੰਨਾ ਜੀ ਇਹ ਜਿਹਦਾ ਪ੍ਰਸ਼ਾਦਾ ਛਕੀਏ ਨਾ ਉਹਦਾ ਕੰਮ ਕਰਨਾ ਪੈਂਦਾ ਹੈ, ਤੁਹਾਡਾ ਕੋਈ ਕੰਮ ਤੇ ਨਹੀਂ ਹੈ, ਜੇ ਕੋਈ ਹੈ ਤੇ ਦੱਸ ਦਿਓ। ਤੋ ਕਹਿਣ ਲੱਗੇ ਕੰਮ ਮਹਾਰਾਜ ਕਿਉਂ ਨਹੀਂ, ਖੂਹ ਦਾ ਪਾਣੀ ਲਾਉਣਾ, ਨੱਕੇ ਮੋੜਨੇ ਨੇ, ਗਾਵਾਂ ਚਾਰਨੀਆਂ, ਚੱਕੀਆਂ ਚਲਾਉਣੀਆਂ, ਬੜੇ ਕੰਮ ਨੇ। ਜ਼ਿਮੀਂਦਾਰ ਬੰਦਾ ਕੰਮ ਤੇ ਸਾਰੇ ਹੀ ਕਰਨ ਵਾਲੇ, ਪਤਾ ਨਹੀਂ ਕਿੰਨੇ ਕੁ ਗਿਣ ਕੇ ਸੁਣਾ ਦਿੱਤੇ। ਉਸ ਵੇਲੇ ਭਗਵਾਨ ਜੀ ਉਹਦਾ ਭੋਲਾ ਭਾਵ ਵੇਖ ਕੇ ਖੁਸ਼ ਹੋ ਗਏ। ਉਹਨੇ ਹੀ ਰੂਪ ਬਣਾ ਲੈ, ਕਿਤੇ ਗਊਆਂ ਚਾਰਦੇ ਪਏ, ਕਿਤੇ ਕਿਆਰੇ ਮੋੜਦੇ ਪਏ, ਕਿਤੇ ਖੂਹ ਚਲਾਉਂਦੇ ਪਏ, ਕਿਤੇ ਗੋਡੀਆਂ ਕਰਦੇ ਪਏ। ਇਸ ਤਰ੍ਹਾਂ ਬੜੀ ਭਾਰੀ ਆਪ ਦੀ ਉਪਮਾ ਹੋ ਗਈ। ਕਹਿਣ ਲੱਗੇ ਉਸ ਵੇਲੇ ਬ੍ਰਾਹਮਣ ਨੂੰ ਪਤਾ ਲੱਗਾ ਵੀ ਭਗਤ ਧੰਨਾ ਜੀ ਨੂੰ ਤੇ ਰੱਬ ਮਿਲ ਪਿਆ ਹੈ। ਉਹ ਦੌੜ ਕੇ ਆਇਆ, ਕਹਿਣ ਲੱਗਾ ਭਗਤ ਧੰਨਿਆ ਮੈਂ ਸੁਣਿਆ ਵੀ ਤੈਨੂੰ ਰੱਬ ਮਿਲਿਆ ਹੈ। ਭਗਤ ਧੰਨਾ ਜੀ ਕਹਿੰਦੇ ਉਹ ਵੇਖ ਸਾਹਮਣੇ ਮੇਰੀ ਗਾਂ ਦੀ ਪਿੱਠ ਦੇ ਉੱਪਰ ਹੱਥ ਰੱਖ ਕੇ ਖਲੋਤੇ ਹੋਏ ਨੇ, ਉਹ ਵੇਖ ਖੂਹ ਦੇ ਕੋਲ ਖਲੋਤੇ ਨੱਕੇ ਮੋੜਦੇ ਪਏ। ਬ੍ਰਾਹਮਣ ਵੇਖ ਵੇਖ ਕੇ ਹੈਰਾਨ ਹੁੰਦਾ, ਕਹਿੰਦੇ ਮੈਨੂੰ ਤੇ ਦਿਸਦੇ ਨਹੀਂ ਪਏ। ਉਸ ਵੇਲੇ ਭਗਤ ਧੰਨਾ ਜੀ ਨੇ ਫਿਰ ਫਰਿਆਦ ਕੀਤੀ, ਕਹਿਣ ਲੱਗੇ ਆ ਪ੍ਰਮਾਤਮਾ ਜਿਵੇਂ ਮੈਨੂੰ ਦਰਸ਼ਨ ਦਿੱਤੇ ਉਵੇਂ ਇਹਨੂੰ ਵੀ ਦਰਸ਼ਨ ਦਿਓ, ਇਹਨੂੰ ਤੁਸੀਂ ਦਿਸਦੇ ਨਹੀਂ ਪਏ, ਮੈਨੂੰ ਤੁਸੀਂ ਦਿਸਦੇ ਪਏ।
ਤੇ ਭਗਵਾਨ ਜੀ ਕਹਿਣ ਲੱਗੇ ਵੀ ਧੰਨਿਆ ਇਹਨੇ ਤੇਰੇ ਨਾਲ ਚਲਾਕੀ ਕੀਤੀ ਹੈ, 420 ਤੇਰੇ ਨਾਲ ਕੀਤੀ ਹੈ। ਇੱਕ ਪੱਥਰ ਦੇ ਕੇ ਮਾਮੂਲੀ ਜਿਹਾ ਤੇਰੇ ਕੋਲੋਂ ਗਾਂ ਲੈ ਗਿਆ, ਇਹਨੇ ਤੈਨੂੰ ਧੋਖਾ ਦਿੱਤਾ। ਇਹ ਚਲਾਕ ਆਦਮੀ ਹੈ, ਚਲਾਕਾਂ ਨੂੰ ਨਹੀਂ ਅਸੀਂ ਮਿਲਦੇ, ਅਸੀਂ ਤੇ ਭੋਲਿਆਂ ਨੂੰ ਮਿਲਦੇ ਹਾਂ। ਉਸ ਵੇਲੇ ਭਗਤ ਧੰਨਾ ਜੀ ਕਹਿਣ ਲੱਗੇ, ਕਹਿੰਦੇ ਨਹੀਂ, ਇਹਦੇ ਕਰਕੇ ਹੀ ਮੈਨੂੰ ਮਿਲਿਆ ਹੈ। ਭਾਵੇਂ ਇਹਨੇ ਮੇਰੇ ਨਾਲ ਚਲਾਕੀ ਕੀਤੀ ਹੈ, ਠੱਗੀ ਮਾਰੀ ਹੈ, ਜੋ ਮਰਜ਼ੀ ਕੀਤਾ ਹੈ, ਪਰ ਮਿਲੇ ਤੇ ਮੈਨੂੰ ਇਹਦੇ ਕਰਕੇ ਹੀ ਨੇ। ਇਸ ਕਰਕੇ ਇਹਨੂੰ ਦਰਸ਼ਨ ਜ਼ਰੂਰ ਦਿਓ। ਜਦੋਂ ਇਹ ਬਚਨ ਆਖਿਆ, ਭਗਵਾਨ ਜੀ ਕਹਿਣ ਲੱਗੇ, ਠੀਕ ਹੈ, ਜੇ ਭਗਤ ਧੰਨਾ ਜੀ ਤੁਸੀਂ ਕਹਿੰਦੇ ਹੋ ਨਾ ਦਰਸ਼ਨ ਦੇਵਾਂਗੇ, ਪਰ ਹੁਣ ਇੱਕ ਕੰਮ ਕਰਨਾ ਪਵੇਗਾ। ਕਹਿੰਦੇ ਦੱਸੋ ਹੁਕਮ ਕੀ ਹੈ? ਕਹਿੰਦੇ ਬ੍ਰਾਹਮਣ ਨੂੰ ਕਹੋ ਵੀ ਤੁਹਾਡੇ ਚਰਨਾਂ ਦੀ ਧੂੜੀ ਲਾਵੇ ਆਪਣੀਆਂ ਅੱਖਾਂ। ਜਦੋਂ ਇਹ ਲਾਵੇਗਾ ਉਦੋਂ ਇਹਨੂੰ ਦਰਸ਼ਨ ਦੇਵਾਂਗੇ। ਭਗਤ ਧੰਨਾ ਜੀ ਨੇ ਆਖਿਆ, ਜਦੋਂ ਭਗਤ ਧੰਨਾ ਜੀ ਦੇ ਚਰਨਾਂ ਦੀ ਧੂੜੀ ਲਾਈ ਨਾ ਮਸਤਕ ਨੂੰ ਤੇ ਆਪਣੇ ਨੇਤਰਾਂ ਨੂੰ, ਉਸ ਵੇਲੇ ਉਸ ਬ੍ਰਾਹਮਣ ਨੂੰ ਵੀ ਪ੍ਰਤੱਖ ਹੀ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕਰ ਦਿੱਤੇ। ਗੁਰਬਾਣੀ ਦਾ ਬਚਨ ਇਹ ਹੈ, ਉਹ ਪ੍ਰਮਾਤਮਾ ਆਪਣੇ ਭਗਤਾਂ ਨੂੰ ਵਡਿਆਈ ਦਿੰਦਾ। ਇਹ ਵਡਿਆਈ ਦਿੱਤੀ ਭਗਤ ਧੰਨਾ ਜੀ ਨੂੰ ਵੀ ਤੇਰੇ ਚਰਨਾਂ ਦੀ ਧੂੜੀ ਮਿਲੇ ਤੇ ਤਾਂ ਹੀ ਅਸੀਂ ਦਰਸ਼ਨ ਦੇਵਾਂਗੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਭੋਲਾ ਭਾਉ ਗੋਬਿੰਦ ਮਿਲਾਵੇ। ਭੋਲੇ ਭਾਵ ਦੇ ਨਾਲ ਹੀ ਪ੍ਰਮਾਤਮਾ ਮਿਲਦਾ ਹੈ, ਸ਼ੈਤਾਨੀ ਚਲਾਕੀ ਨਾਲ ਨਹੀਂ ਮਿਲਦਾ ਹੈ, ਭੋਲੇ ਭਾਵ ਵਿੱਚ ਮਿਲ ਜਾਂਦਾ ਹੈ। ਭੋਲਾ ਭਾਅ ਕੀ ਹੈ? ਭਗਤ ਧੰਨਾ ਜੀ ਨੇ ਵੇਖਿਆ ਵੀ ਬ੍ਰਾਹਮਣ ਤੇ ਧੂਫਾ ਦਿਖਾਉਂਦਾ, ਮੇਰੇ ਕੋਲ ਧੂਫ ਹੀ ਕੋਈ ਨਹੀਂ ਹੈ, ਕੀ ਕਰਾਂ? ਸੁੱਕਾ ਜਿਹਾ ਗੋਇਆ ਵੇਖ ਕੇ, ਗੋਇਆ ਸੁੱਕਾ ਵੇਖ ਕੇ ਉਹਦੇ ਉੱਪਰ ਥੋੜਾ ਜਿਹਾ ਦੇਸੀ ਘਿਓ ਪਾ ਕੇ ਤੇ ਉਹਨੂੰ ਅੱਗ ਲਾ ਦਿੱਤੀ। ਹੁਣ ਗੋਏ ਨੂੰ ਅੱਗ ਲੱਗੇਗੀ, ਧੂਆਂ ਤੇ ਆਵੇਗਾ। ਉਹੀ ਧੂਆਂ ਕਹਿੰਦਾ, ਮਹਾਰਾਜ ਇਹੋ ਹੀ ਮੇਰੇ ਵੱਲੋਂ ਧੂਫ ਹੈ, ਆਪ ਅੰਗੀਕਾਰ ਕਰੋ। ਕਿਧਰੇ ਉਹ ਧੂਫਾਂ ਦਿਖਾਉਂਦਾ ਪਿਆ ਸੁਗੰਧੀ ਵਾਲੀਆਂ, ਕਿਥੇ ਭਗਤ ਨੇ ਗੋਏ ਨੂੰ ਅੱਗ ਲਾ ਕੇ ਧੂਆਂ ਕਰਦਾ, ਕਹਿੰਦਾ ਇਹੋ ਹੀ ਧੂਫ ਹੈ ਮੇਰੇ ਵੱਲੋਂ। ਕਹਿੰਦੇ ਇਸ ਤਰ੍ਹਾਂ ਜਿਹੜੇ ਭੋਲੇ ਨੇ ਨਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਦੁਨੀਆਦਾਰੀ ਦਾ, ਪਰਮਾਤਮਾ ਨੂੰ ਬੜੀ ਛੇਤੀ ਪਾ ਜਾਂਦਾ। ਭਗਤ ਧੰਨਾ ਜੀ ਨੂੰ ਉਸ ਵੇਲੇ ਬੜੀ ਪ੍ਰਸੰਨਤਾ ਹੋਈ। ਕਹਿੰਦੇ ਮੈਨੂੰ ਤੇ ਬੜੀ ਛੇਤੀ ਮਿਲ ਗਿਆ ਪਰਮਾਤਮਾ। ਮੈਂ ਤੇ ਆਖਿਆ ਪ੍ਰਸ਼ਾਦਾ ਛਕੋ, ਬਸ ਇੰਨਾ ਬਚਨ ਹੀ ਕਿਹਾ ਤੇ ਉਸੇ ਵੇਲੇ ਪ੍ਰਾਪਤੀ ਹੋ ਗਈ ਹੈ। ਉਸ ਵੇਲੇ ਪ੍ਰਮਾਤਮਾ ਨੇ ਆਖਿਆ, ਨਹੀਂ ਭਗਤ ਧੰਨਿਆ, ਤੇਰੀ 1100 ਜਨਮ ਦੀ ਭਗਤੀ ਹੈ, ਇੱਕ ਜਨਮ ਦੀ ਨਹੀਂ, 2 ਜਨਮਾਂ ਦੀ ਨਹੀਂ, 1100 ਜਨਮ ਤੂੰ ਭਗਤੀ ਕਰਦਾ ਰਿਹਾ। ਇਸੇ ਵਾਸਤੇ ਕਦੇ ਖੂਹਾਂ ਵਿੱਚ ਲੜਕਿਆ, ਕਦੇ ਰੁੱਖਾਂ ਦੇ ਕੋਲ ਖੜਿਆ, ਕਦੇ ਭੁੱਖਾ ਰਿਹਾ ਤੇ ਕਦੇ ਪਿਆਸਾ ਰਿਹਾ। ਤੇਰੀ ਭਾਵਨਾ ਇਹ ਸੀ ਵੀ ਤੈਨੂੰ ਅਸੀਂ ਪ੍ਰਤੱਖ ਹੋ ਕੇ ਮਿਲੀਏ। ਉਹ ਤੇਰੀ ਭਗਤੀ ਅੱਜ ਪੂਰੀ ਹੋਈ ਹੈ। ਅੱਜ ਤੈਨੂੰ ਅਸੀਂ ਆ ਕੇ ਦਰਸ਼ਨ ਬਖਸ਼ਿਸ਼ ਕੀਤੇ। ਇਸ ਤਰ੍ਹਾਂ ਭਗਤ ਧੰਨਾ ਜੀ ਨੇ ਪ੍ਰਾਪਤੀ ਕੀਤੀ। ਕਿਸੇ ਸ਼ਰਧਾਲੂ ਨੇ, ਪਿਆਰੇ ਨੇ ਭਗਤ ਕਬੀਰ ਜੀਆਂ ਨੂੰ ਪੁੱਛਿਆ, ਕਹਿੰਦੇ ਕਬੀਰ ਸਾਹਿਬ, ਭਗਤ ਧੰਨਾ ਜੀ ਨੇ ਤੇ ਪੱਥਰ ਵਿੱਚੋਂ ਪਾ ਲਿਆ ਰਾਮ। ਤੇ ਭਗਤ ਕਬੀਰ ਜੀ ਕਹਿੰਦੇ, ਨਹੀਂ ਭਾਈ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਕਹੋ ਕਬੀਰ, ਭਗਤ ਕਾਰ ਪਾਇਆ, ਭੋਲੇ ਭਾਏ ਮਿਲੈ ਰਘੁਰਾਇਆ। ਭਗਤ ਧੰਨਾ ਜੀ ਕਹਿੰਦੇ ਨਹੀਂ, ਭਗਤੀ ਕਰਕੇ। ਭਗਤ ਕਬੀਰ ਜੀ ਕਹਿੰਦੇ ਨਹੀਂ, ਭਗਤੀ ਕਰਕੇ ਪਾਇਆ ਭਾਈ। ਐਵੇਂ ਨਾ ਕਹੋ ਵੀ ਬਸ ਪੱਥਰ ਨੂੰ ਰੋਟੀ ਖਵਾਉਣ ਦੇ ਚੱਕਰ ਵਿੱਚ ਹੀ ਪਾਲਿਆ। ਅਸਲ ਵਿੱਚ ਉਹਨਾਂ ਦੀ ਭਗਤੀ ਹੈ, ਉਹਨਾਂ ਦੀ ਬੰਦਗੀ ਸੀ, ਇੰਨੇ ਜਨਮਾਂ ਦੀ ਬੰਦਗੀ ਕਰਕੇ ਮਿਲਿਆ। ਦੂਜੀ ਗੱਲ ਇਹ ਆ ਵੀ ਉਹ ਬੜੇ ਭੋਲੇ ਸਨ। ਇਹ ਨਹੀਂ ਪਤਾ ਵੀ ਧੂਪ ਕਿਵੇਂ ਧੁਖਾਈ ਦੀ ਹੈ ਤੇ ਗੋਹੇ ਨੂੰ ਅੱਗ ਲਾ ਕੇ ਧੂਆਂ ਨਹੀਂ ਕੀਤਾ ਜਾ ਸਕਦਾ, ਕੋਈ ਬਰਾਬਰਤਾ ਨਹੀਂ ਹੈ। ਇੰਨੇ ਭੋਲੇ, ਬੱਚਿਆਂ ਵਾਲੀ ਬੁੱਧੀ ਹੈ। ਇੱਥੇ ਮਹਾਰਾਜ ਕਹਿਣ ਲੱਗੇ, ਧੰਨੇ ਸੇਵਿਆ ਬਾਲ ਬੁੱਧ। ਬਾਲਕਾਂ ਵਾਲੀ ਬੁੱਧੀ, ਬੱਚਾ ਅਣਜਾਣ ਹੁੰਦਾ ਨਾ, ਬੇਸਮਝ ਹੁੰਦਾ। ਇਸ ਤਰ੍ਹਾਂ ਭਗਤ ਧੰਨਾ ਜੀ ਬੱਚਿਆਂ ਵਾਲੀ ਮੱਤ, ਬੜੇ ਭੋਲੇ, ਉਹਨਾਂ ਨੇ ਇਸ ਤਰ੍ਹਾਂ ਕਰਕੇ ਪ੍ਰਮਾਤਮਾ ਨੂੰ ਪਾਇਆ। ਇਹ ਭਗਤ ਧੰਨਾ ਜੀ ਦੇ ਜੀਵਨ ਦੀ ਸਾਖੀ ਹੈ। ਗੁਰੂ ਪਾਤਸ਼ਾਹ ਕਹਿੰਦੇ, ਸੁਣ ਸਾਖੀ ਮਨ ਜਪ ਪਿਆਰ। ਗੁਰੂ ਕਿਹਾ ਸਿੱਖਾ, ਇਸ ਤਰ੍ਹਾਂ ਹੁਣ ਤੂੰ ਭਗਤ ਧੰਨਾ ਜੀ ਦਾ ਜੀਵਨ ਸੁਣਿਆ ਨਾ ਵੀ ਕਿਵੇਂ ਪਾਲਿਆ ਭਾਵਨਾ ਦੇ ਨਾਲ। ਇਹ ਸਾਖੀ ਸੁਣ ਕੇ ਤੇਰੇ ਅੰਦਰ ਵੀ ਪਿਆਰ ਪੈਦਾ ਹੋਵੇ, ਤੂੰ ਵੀ ਇਸ ਤਰ੍ਹਾਂ ਬੰਦਗੀ ਕਰਕੇ ਉਸ ਨੂੰ ਪਾਉਣਾ ਕਰ। ਤਿਰਲੋਚਨ ਗੁਰ ਮਿਲ ਭਈ ਸਿੱਧ। ਭਗਤ ਤਿਰਲੋਚਨ ਜੀ ਹੋਏ। ਇਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਬੜੇ ਬੰਦਗੀ ਵਾਲੇ ਇਹ ਭਗਤ ਨੇ, ਗੁਰਮੁਖ। ਸੋ ਕਹਿਣ ਲੱਗੇ ਵੀ ਇਹ ਵੀ ਗੁਰੂ ਦੇ ਨਾਲ ਮਿਲ ਕੇ, ਗਿਆਨਦੇਵ ਇਹਨਾਂ ਦੇ ਗੁਰੂ ਨੇ, ਉਹਨਾਂ ਦੇ ਨਾਲ ਮਿਲ ਕੇ ਕਹਿਣ ਲੱਗੇ ਵੀ ਇਹਨਾਂ ਨੇ ਵੀ ਪ੍ਰਮਾਤਮਾ ਨੂੰ ਪਾਇਆ ਹੈ। ਭਗਤ ਤਿਰਲੋਚਨ ਜੀਆਂ ਦੇ ਸਮੇਂ ਦੀ ਸਾਖੀ ਆਉਂਦੀ ਹੈ। ਕਹਿਣ ਲੱਗੇ ਭਗਤ ਤਿਰਲੋਚਨ ਜੀਆਂ ਦੇ ਨਾ ਜਿਹੜੇ ਬੱਚੇ ਸਨ, ਉਹ ਕਿਸੇ ਕਾਰਨ ਕਰਕੇ ਸਰੀਰ ਛੱਡ ਗਏ, ਨਹੀਂ ਰਹਿ। ਦੋਨੇ ਪਤੀ ਪਤਨੀ ਇਕੱਲੇ ਰਹਿ ਗਏ ਤੇ ਸਰੀਰ ਵੀ ਹੌਲੀ ਹੌਲੀ ਕਰਕੇ ਬਜ਼ੁਰਗ ਹੋ ਗਿਆ। ਇੱਕ ਦਿਨ ਭਗਤ ਤਿਰਲੋਚਨ ਜੀ ਨੇ ਸੋਚਿਆ ਵੀ ਕਿਉਂ ਨਾ ਹੋਵੇ ਕੋਈ ਆਪਣੇ ਘਰ ਦੇ ਵਿੱਚ
ਨੌਕਰ ਰੱਖ ਲਿਆ ਜਾਵੇ ਜਿਹੜਾ ਸਾਡੀ ਵੀ ਸੇਵਾ ਕਰੇ ਔਰ ਆਏ ਗਏ ਸਾਧੂਆਂ ਦੀ ਸੇਵਾ ਕਰੇ। ਭਗਤ ਤਰਲੋਚਨ ਜੀਆਂ ਦੇ ਕੋਲ ਕੁਝ ਪੈਸੇ ਨੇ, ਬਾਜ਼ਾਰ ਵਿੱਚ ਚਲੇ ਗਏ, ਨੌਕਰ ਲੱਭਦੇ ਪਏ, ਕਹਿੰਦੇ ਕੋਈ ਹੈ ਇਹੋ ਜਿਹਾ ਵਿਅਕਤੀ ਜਿਹੜਾ ਪ੍ਰਸ਼ਾਦਾ ਪਾਣੀ ਬਣਾਵੇ, ਸਾਡੀ ਵੀ ਸੇਵਾ ਕਰੇ ਤੇ ਆਏ ਗਏ ਸਾਧੂਆਂ ਦੀ ਸੇਵਾ ਕਰੇ। ਜਦੋਂ ਬਾਜ਼ਾਰ ਦੇ ਵਿੱਚ ਲੱਭਦੇ ਪਏ, ਭਗਵਾਨ ਜੀ ਖੁਦ ਨੌਕਰ ਬਣ ਕੇ ਆ ਗਏ। ਉਸ ਵੇਲੇ ਕਹਿਣ ਲੱਗੇ ਤਰਲੋਚਨ ਜੀਆਂ ਨੂੰ ਵੀ ਮੈਂ ਨੌਕਰੀ ਕਰਨ ਨੂੰ ਤਿਆਰ ਹਾਂ। ਤੇ ਭਗਤ ਤਰਲੋਚਨ ਨੇ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ? ਨੌਕਰ ਕਹਿਣ ਲੱਗਾ ਜੀ ਮੇਰਾ ਨਾਮ ਹੈ ਅੰਤਰਜਾਮੀ, ਮੈਨੂੰ ਅੰਤਰਜਾਮੀ ਕਹਿੰਦੇ। ਆਪਣਾ ਨਾਮ ਵੀ ਦੱਸਿਆ ਔਰ ਬਚਨ ਨੂੰ ਗੁਪਤ ਵੀ ਰੱਖਿਆ। ਉਸ ਵੇਲੇ ਭਗਤ ਤਰਲੋਚਨ ਜੀ ਕਹਿੰਦੇ ਵੀ ਤਨਖਾਹ ਕਿੰਨੀ ਲਵੇਂਗਾ? ਕਹਿੰਦਾ ਜੀ ਤਨਖਾਹ ਤੇ ਨਹੀਂ ਲਵਾਂਗਾ ਤੇ ਪ੍ਰਸ਼ਾਦਾ ਪਾਣੀ ਛਕਾਂਗਾ, ਔਰ ਪ੍ਰਸ਼ਾਦਾ ਵੀ ਉਨਾ ਹੀ ਛਕਾਂਗਾ ਜਿੰਨਾ ਤੁਸੀਂ ਮੈਨੂੰ ਆਪਣੇ ਆਪ ਛਕਾ ਦਿਓਗੇ। ਕਦੇ ਮੰਗ ਕੇ ਨਹੀਂ ਵੀ ਅੱਜ 4 ਪ੍ਰਸ਼ਾਦੇ ਬਣਾ ਲਓ, ਅੱਜ 5 ਬਣਾ ਲਓ, ਮੰਗ ਕੇ ਨਹੀਂ ਲੈਣੇ ਹਨ। ਜਿੰਨੇ ਕੁ ਆਪ ਦਿਓਗੇ ਉਨਾ ਹੀ ਛਕੋ। ਪਰ ਜਦੋਂ ਆਪ ਮੇਰੀ ਨਿੰਦਿਆ ਕਰੋਗੇ ਨਾ ਕਿਸੇ ਕਾਰਨ ਕਰਕੇ, ਫਿਰ ਮੈਂ ਤੁਹਾਨੂੰ ਛੱਡ ਕੇ ਚਲੇ ਵੀ ਜਾਵਾਂਗਾ। ਉਸ ਵੇਲੇ ਭਗਤ ਤਰਲੋਚਨ ਜੀ ਇਹਨਾਂ ਨੂੰ ਲੈ ਕੇ ਆਪਣੇ ਘਰ ਵਿੱਚ ਆ ਗਏ। ਆਪਣੀ ਘਰਵਾਲੀ ਨੂੰ ਕਹਿਣ ਲੱਗੇ ਵੀ ਇਹਦਾ ਨਾਮ ਅੰਤਰਜਾਮੀ ਹੈ, ਇਹ ਆਪਣੀ ਵੀ ਸੇਵਾ ਕਰੇਗਾ, ਆਏ ਗਏ ਸਾਧੂਆਂ ਦੀ ਸੇਵਾ ਵੀ ਕਰਿਆ ਕਰੇਗਾ, ਤੇ ਪ੍ਰਸ਼ਾਦਾ ਜਿੰਨਾ ਤੂੰ ਛਕਾ ਦੇਵੇ ਉਨਾ ਹੀ ਛਕਿਆ ਕਰਨਗੇ। ਇਸ ਤਰ੍ਹਾਂ ਕਰਦਿਆਂ ਭਗਤ ਤਰਲੋਚਨ ਦੇ ਘਰ ਪਰਮਾਤਮਾ 13 ਮਹੀਨੇ ਨੌਕਰ ਬਣ ਕੇ ਰਹੇ। ਗੁਰਮੁਖੋ 1 ਦਿਨ ਨਹੀਂ, 2 ਦਿਨ ਨਹੀਂ, 13 ਮਹੀਨੇ ਨੌਕਰ ਬਣ ਕੇ ਤਰਲੋਚਨ ਭਗਤ ਦੀ ਆਪ ਨੇ ਸੇਵਾ ਕੀਤੀ ਹੈ। ਤੇ ਭਗਤ ਤਰਲੋਚਨ ਜੀਆਂ ਦੀ ਘਰਵਾਲੀ ਪ੍ਰਸ਼ਾਦਾ ਜਿੰਨਾ ਵੀ ਬਣਾ ਕੇ ਥਾਲੇ ਵਿੱਚ ਪਾ ਕੇ ਰੱਖੇ ਉਨਾ ਹੀ ਛਕ ਲਿਆ ਕਰ। ਇੱਕ ਦਿਨ ਕੀ ਹੋਇਆ, ਬੀਬੀ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਇਹ ਕਿਤੇ ਨੌਕਰ ਸਾਡਾ ਭੁੱਖਾ ਤੇ ਨਹੀਂ ਰਹਿੰਦਾ, ਬੋਲਦਾ ਹੀ ਨਹੀਂ, ਇਹ ਤੇ ਮੰਗਦਾ ਹੀ ਨਹੀਂ ਕਿਸੇ ਦੇ ਕੋਲੋਂ। ਅੱਜ ਮੈਂ ਇਸ ਨੂੰ ਰਜਾ ਦੇਣਾ ਰੋਟੀਆਂ ਬਣਾ ਕੇ। ਉਹਨੇ ਚੁੱਲ੍ਹਾ ਤਾ ਕੇ ਬੜੀ ਖੁੱਲੀ ਸਬਜ਼ੀ ਬਣਾ ਲਈ ਅਤੇ ਬੜਾ ਜ਼ਿਆਦਾ ਪਰਾਤ ਭਰ ਕੇ ਆਟਾ ਗੁੰਨਿਆ ਤੇ ਪ੍ਰਸ਼ਾਦੇ ਬਣਾ ਕੇ ਛਕਾਈ ਗਈ ਤੇ ਉਹ ਛਕੀ ਗਿਆ। ਨਾ ਤੇ ਉਹਨਾਂ ਨੇ ਆਖਿਆ ਬਸ ਕਰੋ ਤੇ ਨਾ ਹੀ ਉਹਨਾਂ ਨੇ ਆਖਿਆ ਵੀ ਹੋਰ ਲੈ ਕੇ ਆਓ। ਜਦੋਂ ਸਾਰਾ ਆਟਾ ਮੁੱਕ ਗਿਆ, ਸਬਜ਼ੀ ਭਾਜੀ ਮੁੱਕ ਗਈ, ਉਸ ਵੇਲੇ ਭਗਤ ਤਰਲੋਚਨ ਜੀਆਂ ਦੀ ਘਰਵਾਲੀ ਗੁਆਂਢੀਆਂ ਦੇ ਘਰੇ ਚਲੇ ਗਈ। ਗੁਆਂਢਣ ਨੂੰ ਜਾ ਕੇ ਕਹਿਣ ਲੱਗੀ ਵੀ ਥੋੜਾ ਜਿਹਾ ਆਟਾ ਤੇ ਦਿਓ, ਮੈਂ ਤੇ ਪ੍ਰਸ਼ਾਦਾ ਆਪ ਨਹੀਂ ਛਕਿਆ ਅਜੇ। ਤੇ ਗੁਆਂਢਣ ਨੇ ਸੁਭਾਵਿਕ ਕੀ ਕਿਹਾ, ਕਹਿਣ ਲੱਗੇ ਤੁਸੀਂ ਤੇ ਚੱਕੀ ਚਲਾ ਕੇ ਆਟਾ ਪੀਸ ਕੇ ਤੇ ਕਾਫੀ ਰੱਖਿਆ, ਤੁਹਾਡਾ ਆਟਾ ਕਿੱਥੇ ਗਿਆ? ਤੇ ਉਸ ਵੇਲੇ ਕਹਿਣ ਲੱਗੀ ਕੀ ਦੱਸਾਂ, ਇਹ ਨੌਕਰ ਪਤਾ ਨਹੀਂ ਇਹ ਛਟੀ ਦਾ ਭੁੱਖਾ ਹੈ, ਇਹ ਤੇ ਭੁੱਖਾ ਹੀ ਹੈ, ਮੈਂ ਤੇ ਖਵਾਉਂਦੀ ਗਈ ਖਵਾਉਂਦੀ ਨਹੀਂ, ਇਹ ਰੱਜਿਆ ਹੀ ਨਹੀਂ, ਪਤਾ ਨਹੀਂ ਕਿੱਥੋਂ ਏਡੀ ਭੁੱਖੀ ਬਲਾ ਆ ਗਈ, ਇਹ ਖਾਣੋਂ ਹੀ ਨਹੀਂ ਹਟਦਾ ਪਿਆ। ਜਦੋਂ ਨਿੰਦਿਆ ਵਾਲੇ ਬਚਨ ਕੀਤੇ ਤੇ ਉਸ ਵੇਲੇ ਉਹ ਅੰਤਰਜਾਮੀ ਜੋ ਪਰਮਾਤਮਾ ਨਾ ਨੌਕਰ ਬਣਿਆ ਹੋਇਆ, ਉਹ ਉਸ ਵੇਲੇ ਅਲੋਪ ਹੋ ਗਏ। ਜਦੋਂ ਭਗਤ ਤਰਲੋਚਨ ਜੀ ਆਏ, ਕਹਿੰਦੇ ਨੌਕਰ ਕਿੱਥੇ ਹੈ? ਘਰ ਵਾਲੀ ਨੇ ਆਖਿਆ ਪਤਾ ਨਹੀਂ, ਅੱਜ ਉਹਨਾਂ ਨੇ ਰੋਟੀ ਬੜੀ ਖਾਧੀ ਹੈ ਤੇ ਹੁਣ ਦਿਸਦੇ ਨਹੀਂ ਪਏ ਵੀ ਉਹ ਕਿੱਥੇ ਚਲੇ ਗਏ। ਉਸ ਵੇਲੇ ਭਗਤ ਜੀਆਂ ਨੇ ਨੇਤਰ ਬੰਦ ਕਰਕੇ ਧਿਆਨ ਲਾ ਕੇ ਵੇਖਿਆ ਵੀ ਕੀ ਬਣਿਆ ਹੈ। ਜਦੋਂ ਧਿਆਨ ਜੋੜਿਆ ਫਿਰ ਪਤਾ ਲੱਗਾ, ਉਹ ਕਹਿਣ ਲੱਗੇ ਉਹ ਭਲੀਏ ਇਹ ਤੇ ਪ੍ਰਮਾਤਮਾ ਸੀਗਾ, ਆਪਣੇ ਘਰ ਨੌਕਰ ਬਣ ਕੇ ਆ ਕੇ ਰਹਿੰਦਾ ਪਿਆ, ਤੂੰ ਨਿੰਦਿਆ ਕੀਤੀ ਹੈ, ਉਹ ਚਲਾ ਗਿਆ। ਨਾਰਾਇਣ ਨਿੰਦਸ ਕਾਹੇ ਭੂਲੀ ਗੁਵਾਰੀ, ਇਹ ਬਚਨ ਲਿਖਿਆ ਉਹਨਾਂ ਨੇ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਨਾਰਾਇਣ ਨਿੰਦਸ, ਤੂੰ ਰੱਬ ਦੀ ਨਿੰਦਿਆ ਕੀਤੀ ਹੈ, ਕਾਹੇ ਭੂਲੀ ਗਵਾਰੀ, ਗਵਾਰੀ ਨਾਮ ਹੈ ਬੇਸਮਝ ਦਾ, ਗੁਆਰੀ ਨਾਮ ਹੈ ਮੂਰਖ ਦਾ। ਕਹਿਣ ਲੱਗੇ ਉਹ ਮੂਰਖੇ, ਤੂੰ ਤੇ ਰੱਬ ਦੀ ਨਿੰਦਿਆ ਕਰ ਦਿੱਤੀ, ਤੂੰ ਤੇ ਤੈਨੂੰ ਤੇ ਪਤਾ ਹੀ ਨਹੀਂ ਲੱਗਾ ਵੀ ਉਹ ਪ੍ਰਮਾਤਮਾ ਸਾਡੇ ਘਰ ਵਿੱਚ ਆ ਗਿਆ ਹੈ। ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮ ਰੀ, ਚੰਗਾ ਕਰਮ ਮਾੜਾ ਕਰਮ, ਦੁੱਖ ਦਾ ਕਰਮ ਸੁੱਖ ਦਾ ਕਰਮ, ਇਹ ਸਾਡਾ ਕਰਮ ਹੈ। ਜਿਵੇਂ ਦੇ ਅਸੀਂ ਕਰਮ ਕਰਦੇ ਉਵੇਂ ਦਾ ਦੁੱਖ ਮਿਲਦਾ, ਜਿਵੇਂ ਦਾ ਕਰਮ ਕਰਦੇ ਸੁੱਖ ਮਿਲਦਾ ਹੈ। ਵਿਦਵਾਨਾਂ ਦੀ ਬੜੀ ਸੋਹਣੀ ਵਿਚਾਰ ਹੈ। ਕਹਿਣ ਲੱਗੇ ਜੰਗਲ ਨੂੰ ਅੱਗ ਲੱਗ ਜਾਵੇ ਨਾ ਭਾਈ ਪਿਆਰਿਓ, ਤੇ ਭੱਜ ਕੇ ਪਾਣੀ ਦੇ ਤਲਾਬ ਦੇ ਵਿੱਚ ਵੜ ਜਾਣਾ ਚਾਹੀਦਾ, ਕਿਉਂਕਿ ਪਾਣੀ ਦੇ ਤਲਾਬ ਨੂੰ ਅੱਗ ਨਹੀਂ ਲੱਗਣੀ ਤੇ ਬੰਦਾ ਬਚ ਜਾਂਦਾ। ਪਰ ਜੇ ਕਿਸਮਤ ਮਾੜੀ ਹੋਵੇ, ਪਾਣੀ ਦੇ ਤਲਾਬ ਨੂੰ ਹੀ ਅੱਗ ਲੱਗ ਜਾਵੇ ਤੇ ਫਿਰ ਬੰਦਾ ਜਾਵੇ ਕਿੱਥੇ? ਫਿਰ ਤੇ ਬਚਾਅ ਹੀ ਨਹੀਂ ਨਾ ਹੋ ਸਕਦਾ। ਬਾਹਰ ਅਸੀਂ ਜਿੰਨੀ ਮਰਜ਼ੀ ਨਿੰਦਿਆ ਕਰੀਏ, ਚੁਗਲੀ ਕਰੀਏ, ਮਾੜਾ ਕਰੀਏ, ਭਲਾ ਕਰੀਏ, ਗੁਰੂ ਦੇ ਕੋਲ ਆ ਕੇ ਨੱਕ ਗੋਡਾ ਰਗੜੀਏ ਤੇ ਮਹਾਰਾਜ ਮਾਫ ਕਰ ਦਿੰਦੇ, ਬਖਸ਼ ਦਿੰਦੇ। ਪਰ ਜੇ ਗੁਰੂ ਦੇ ਕੋਲ ਆ ਕੇ ਕੋਈ ਨਿੰਦਿਆ ਚੁਗਲੀ ਕਰੇ ਤੇ ਫਿਰ ਉਹਦਾ ਕੋਈ ਥਾਂ ਟਿਕਾਣਾ, ਉਹਨੂੰ ਬਖਸ਼ਾ ਕੋਈ ਨਹੀਂ ਸਕਦਾ। ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੈ, ਪਰ ਪਤਾ ਜ਼ਰੂਰ ਲੱਗਦਾ ਵੀ ਇਹ ਸਾਡੇ ਤੋਂ ਗੁਨਾਹ ਹੋ ਗਿਆ। ਸੋ ਵਿਚਾਰ ਇਹ ਹੈ
ਭਗਤ ਜੀ ਨੇ ਆਖਿਆ ਤੂੰ ਨਿੰਦਿਆ ਕੀਤੀ ਰੱਬ ਦੀ, ਉਹ ਤਾਂ ਚਲੇ ਗਿਆ ਹੈ ਕਿਉਂਕਿ ਦੁੱਖ ਮਿਲਿਆ ਤੇ ਸੁੱਖ ਮਿਲਿਆ ਕਰਮਾਂ ਦੀ ਨਿਸ਼ਾਨੀ ਹੈ। ਕਰਮ ਅਸੀਂ ਆਪ ਕਰਦੇ ਪਏ, ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਤਰਲੋਚਨ ਗੁਰ ਮਿਲ ਭਈ ਸਿੱਧ। ਇਸ ਤਰ੍ਹਾਂ ਭਗਤ ਤਰਲੋਚਨ ਜੀ ਆਪਣੇ ਗੁਰੂ ਗਿਆਨਦੇਵ ਨੂੰ ਮਿਲੇ, ਕਿਉਂਕਿ ਭਗਤ ਤਰਲੋਚਨ ਜੀ ਤੇ ਭਗਤ ਨਾਮਦੇਵ ਜੀ ਇੱਕੇ ਗੁਰੂ ਦੇ ਚੇਲੇ ਨੇ, ਦੋਨਾਂ ਦਾ ਗੁਰੂ ਇੱਕੋ ਹੀ ਹੈ, ਦੋਨੇ ਗੁਰ ਭਾਈ ਸਨ। ਦਰਸ਼ਨ ਵੇਖਣ ਨਾਮ ਦੇ ਭਲਕੇ ਉਠ ਤਰਲੋਚਨ ਆ। ਬਾਣੀ ਵਿੱਚ ਵੀ ਬਚਨ ਆਉਂਦਾ ਨਾ, ਨਾਮਾ ਕਹਿ ਤਰਲੋਚਨਾ ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ। ਇਹ ਗੁਰਬਾਣੀ ਵਿੱਚ ਵੀ ਲਿਖਿਆ ਵੀ ਇਹ ਦੋਨੇ ਭਗਤ ਆਪਸ ਵਿੱਚ ਮਿਲਦੇ ਸਨ। ਮਿਲਦੇ ਤਾਂ ਵੀ ਇੱਕੋ ਸਮੇਂ ਅਜੇਕੇ ਗੁਰੂ ਦੇ ਚੇਲੇ ਸਨ। ਭਾਈ ਗੁਰਦਾਸ ਜੀ ਕਹਿਣ ਲੱਗੇ ਦਰਸ਼ਨ ਵੇਖਣ ਨਾਮ ਦੇ ਭਲਕੇ ਉਠ ਤਰਲੋਚਨ ਆ। ਕਦੇ ਕਦੇ ਭਗਤ ਤਰਲੋਚਨ ਜੀ ਮਿਲਣ ਵਾਸਤੇ ਨਾਮਦੇਵ ਨੂੰ ਉਹਨਾਂ ਦੇ ਘਰ ਵਿੱਚ ਆ ਜਾਂਦੇ। ਭਗਤ ਕਰਨ ਮਿਲ ਦੋਏ ਜਣੇ, ਦੋਨੇ ਜਣੇ ਮਿਲ ਕੇ ਇਕੱਠੇ ਹੀ ਬੈਠ ਜਾਂਦੇ। ਕਹਿੰਦੇ ਚਲ ਆਪਾਂ ਮਿਲ ਕੇ ਭਗਤੀ ਕਰੀਏ। ਨਾਮਦੇਵ ਹਰ ਚਲ ਤੋਂ ਸੁਣਾਵੇ। ਨਾਮਦੇਵ ਜੀ ਰੱਬ ਦੀਆਂ ਗੱਲਾਂ ਸੁਣਾਇਆ ਕਰਨ ਵੀ ਪ੍ਰਮਾਤਮਾ ਇਸ ਤਰ੍ਹਾਂ ਕਰਦਾ, ਉਹ ਪ੍ਰਮਾਤਮਾ ਇਸ ਤਰ੍ਹਾਂ ਕਰਦਾ। ਮੇਰੀ ਭੀ ਭਗਤ ਕਰਨ, ਮੇਰੀ ਭੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ। ਤਰਲੋਚਨ ਜੀ ਕਹਿੰਦੇ ਨਾਮਦੇਵ ਮੇਰੀ ਬੇਨਤੀ ਵੀ ਕਰ, ਤੈਨੂੰ ਤੇ 72 ਵਾਰੀ ਦਰਸ਼ਨ ਹੋ ਗਏ ਨਾ ਰੱਬ ਦੇ, ਤੇ ਮੇਰੀ ਬੇਨਤੀ ਕਰ, ਮੇਰੀ ਵੀ ਅਰਜ਼ੀ ਲਾ ਦੇ ਉਹਨਾਂ ਦੇ ਅੱਗੇ, ਫਰਿਆਦ ਕਰ ਵੀ ਮੈਨੂੰ ਵੀ ਦਰਸ਼ਨ ਹੋ ਜਾਣ। ਠਾਕੁਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ ਤਰਲੋਚਨ ਪਾਵੇ। ਭਗਤ ਨਾਮਦੇਵ ਜੀ ਨੇ ਪੁੱਛਿਆ, ਕਹਿਣ ਲੱਗੇ ਪ੍ਰਮਾਤਮਾ ਜਦੋਂ ਦਰਸ਼ਨ ਹੋਏ ਨਾ ਨਾਮਦੇਵ, ਉਹਨਾਂ ਨੇ ਪੁੱਛਿਆ, ਕਹਿੰਦੇ ਪ੍ਰਮਾਤਮਾ ਇਹ ਤਰਲੋਚਨ ਨੂੰ ਦਰਸ਼ਨ ਕਿਵੇਂ ਹੋਣਗੇ ਆਪ ਦੱਸੋ। ਤੇ ਉਸ ਵੇਲੇ ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੇ। ਪ੍ਰਮਾਤਮਾ ਉਸ ਵੇਲੇ ਠਾਕੁਰ ਭਗਵਾਨ ਜੀ ਖੁਸ਼ ਹੋ ਗਏ, ਹੱਸਣ ਲੱਗ ਪਏ ਤੇ ਨਾਮਦੇਵ ਜੀ ਨੂੰ ਸਮਝਾਉਣ ਲੱਗੇ। ਕਹਿਣ ਲੱਗੇ ਨਾਮਦੇਵ ਫਿਰ ਲੈ ਸੁਣ ਬਚਨ ਤੈਨੂੰ ਅਸੀਂ ਸਮਝਾਉਂਦੇ ਹਾਂ। ਹੱਥ ਨਾ ਆਵੇ ਭੇਟ ਤੋਂ ਤੁਸ ਤਰਲੋਚਨ ਮੈਂ ਮੋਹ ਲਾਵੇ। ਕਹਿਣ ਲੱਗੇ ਵੀ ਅਸੀਂ ਇਸ ਤਰ੍ਹਾਂ ਨਹੀਂ ਹੱਥ ਕਿਸੇ ਦੇ ਆਉਂਦੇ, ਜਿਹਦੇ ਤੇ ਖੁਸ਼ ਹੋ ਜਾਈਏ ਨਾ ਉਹਨੂੰ ਅਸੀਂ ਫਿਰ ਆਪਣੇ ਦਰਸ਼ਨ ਬਖਸ਼ਿਸ਼ ਕਰਦੇ ਹਾਂ। ਹਉ ਅਧੀਨ ਹਾਂ ਭਗਤ ਦੇ, ਪਹੁੰਚ ਨਹੰਗਾ ਭਗਤੀ ਦਾਵੇ। ਮੈਂ ਤੇ ਭਗਤਾਂ ਦੇ ਅਧੀਨ ਹਾਂ, ਅਤੇ ਜਿਹੜੇ ਭਗਤ ਭਗਤੀ ਕਰਦੇ ਉਹਨਾਂ ਨੂੰ ਫਿਰ ਕਿਰਪਾ ਕਰਕੇ ਅਸੀਂ ਦਰਸ਼ਨ ਦਿੰਦੇ ਹਾਂ। ਹੋਏ ਵਿਚੋਲਾ ਆਨ ਮਿਲਾਵੇ। ਫਿਰ ਭਗਤ ਨਾਮਦੇਵ ਜੀ ਵਿਚੋਲੇ ਬਣੇ। ਕਹਿੰਦੇ ਪ੍ਰਮਾਤਮਾ ਚਲੋ ਇਹਨੂੰ ਦਰਸ਼ਨ ਦਿਓ, ਫਿਰ ਇਹ ਤੁਹਾਡੇ ਦਰਸ਼ਨ ਚਾਹੁੰਦਾ ਹੈ। ਇਸ ਤਰ੍ਹਾਂ ਕਹਿਣ ਲੱਗੇ ਵੀ ਭਗਤ ਤਰਲੋਚਨ ਜੀਆਂ ਨੂੰ ਦਰਸ਼ਨ ਹੋਏ ਪ੍ਰਮਾਤਮਾ ਦੇ। ਇਹ ਮਹਾਰਾਜ ਜੀਆਂ ਨੇ ਗਵਾਹੀ ਦਿੱਤੀ ਹੈ। ਗੁਰਬਾਣੀ ਦੇ ਵਿੱਚ ਬਚਨ ਆਪਾਂ ਪੜ੍ਹਦੇ ਹਾਂ। ਸਤਿਗੁਰੂ ਕਹਿਣ ਲੱਗੇ ਤਰਲੋਚਨ ਗੁਰ ਮਿਲ ਭਈ ਸਿੱਧ। ਭਗਤ ਤਰਲੋਚਨ ਜੀ ਫਿਰ ਗੁਰੂ ਨੂੰ ਮਿਲ ਕੇ ਗਿਆਨ ਲੈ ਕੇ ਉਪਦੇਸ਼ ਲੈ ਕੇ ਭਗਤੀ ਕੀਤੀ ਹੈ, ਪਰਮਾਤਮਾ ਨੂੰ ਮਿਲੇ, ਸਿੱਧ ਕਹੀਏ ਫਿਰ ਮੁਕਤੀ ਨੂੰ ਪ੍ਰਾਪਤ ਹੋਏ। ਐਸੀ ਵੱਡੀ ਦਾਤ ਭਗਤ ਤਰਲੋਚਨ ਜੀਆਂ ਨੂੰ ਮਿਲੀ ਹੈ। ਗੁਰਮੁਖੋ ਉਹਨਾਂ ਨੇ ਸ਼ਬਦ ਉਚਾਰਿਆ ਜਿਹੜਾ ਆਪਾਂ ਹੁਣੇ ਪੜ੍ਹਿਆ ਹੈ ਕਿ ਨਾਰਾਇਣ ਨਿੰਦਸ ਕਾਏ ਭੂਲੀ ਗੁਵਾਰੀ। ਉਹਦੇ ਵਿੱਚ ਉਹਨਾਂ ਨੇ ਬਚਨ ਕੀਤਾ ਹੈ ਕਿ ਕਰਮਾਂ ਦਾ ਫਲ ਤੇ ਸਾਰਿਆਂ ਨੇ ਭੋਗਿਆ। ਦੁਨੀਆ ਦੇ ਵਿੱਚ ਬੜੇ ਬੜੇ ਵੱਡੇ ਹੋਏ, ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਕੁਲ ਜਨ ਮਧੇ ਮਿਲਿਓ ਸਾਰੰਗ ਪਾਣ ਰੇ, ਕਰਮ ਕਰ ਕਲੰਕ ਮਫੀਟ ਸਰੀ। ਉਸ ਵੇਲੇ ਬਚਨ ਆਉਂਦਾ ਹੈ, ਕਹਿਣ ਲੱਗੇ ਦਾਦੀ ਲੈ ਲੰਕਾ ਗੜ, ਉਪਾੜੀ ਲੈ ਰਾਵਣ ਬਨ, ਸਲ ਬਿਸਲ ਆਣ ਤੋਖੀ ਲੈ ਹਰੀ, ਕਰਮ ਕਾਰਕ ਛੋਟੀ ਮਫੀਟ ਸਰੀ। ਇਹ ਸ਼ਬਦ ਪੜੋਗੇ ਨਾ, ਉਹਦੇ ਵਿੱਚ ਵੱਡੇ ਵੱਡੇ ਜਿਹੜੇ ਅਵਤਾਰ ਹੋਏ ਉਹਨਾਂ ਦੇ ਕਰਮ ਲਿਖੇ। ਕਹਿੰਦੇ ਰਾਮਚੰਦਰ ਦਾ ਵੀ ਕਰਮ ਇਸ ਤਰ੍ਹਾਂ ਦਾ ਹੈ, ਐਸੇ ਤਰ੍ਹਾਂ ਚੰਦਰਮਾ ਦੇ ਕਰਮ ਕਿਸ ਤਰ੍ਹਾਂ ਦੇ ਨੇ, ਸਾਰਿਆਂ ਦੇ ਕਰਮ ਲਿਖੇ ਹੋਏ। ਇਹਨਾਂ ਨੇ ਆਪਣੇ ਕਰਮ ਭੋਗੇ। ਜਿਵੇਂ ਉਹਨਾਂ ਵੱਡੇ ਵੱਡੇ ਦੇਵਤਿਆਂ ਨੇ ਕਰਮ ਭੋਗੇ, ਉਵੇਂ ਆਪਣੀ ਘਰਵਾਲੀ ਨੂੰ ਕਹਿਣ ਲੱਗੇ ਤੇਰਾ ਵੀ ਇਹ ਕਰਮ ਹੈ, ਤੂੰ ਨਿੰਦਿਆ ਕੀਤੀ ਹੈ ਤੇ ਰੱਬ ਤਾਂ ਨਹੀਂ ਤੈਨੂੰ ਉਸ ਵੇਲੇ ਪ੍ਰਾਪਤ ਹੋਇਆ। ਤੇ ਜੇ ਬੰਦਗੀ ਕਰੋਗੇ ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕ ਹੈ ਹਿਰਦੈ ਬਸੈ। ਉਹਨਾਂ ਨੇ ਆਖਿਆ ਵੀ ਜਿਹੜੇ ਭਗਤੀ ਕਰਦੇ ਫਿਰ ਉਹ ਪ੍ਰਮਾਤਮਾ ਹਿਰਦੇ ਵਿੱਚ ਆ ਕੇ ਵਸਦਾ ਹੈ। ਐਸੇ ਸ਼੍ਰੋਮਣੀ ਭਗਤ ਨੇ ਭਗਤ ਤਰਲੋਚਨ ਜੀ, ਜਿਨ੍ਹਾਂ ਨੂੰ ਐਸੀ ਦਾਤ ਪ੍ਰਾਪਤ ਹੋਈ ਹੈ। ਬੈਣੀ ਕੋ ਗੁਰ ਕੀਓ ਪ੍ਰਗਾਸ। ਗੁਰਮੁਖੋ ਇੱਕ ਭਗਤ ਬੇਣੀ ਜੀ ਹੋਏ, ਉਹਨਾਂ ਦੀ ਗੁਰਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਸੁਭਾਇਮਾਨ ਕੀਤੀ ਹੈ। ਇਹ ਬੜੇ ਗਰੀਬ ਭਗਤ ਸਨ, ਭਗਤੀ ਤੇ ਕਰਦੇ ਪਰ ਘਰ ਵਿੱਚ ਗਰੀਬੀ ਬੜੀ ਹੈ।
ਜਦੋਂ ਘਰ ਵਾਲੀ ਨੇ ਕਹਿਣਾ ਨਾ ਕਿ ਘਰੇ ਪ੍ਰਸ਼ਾਦਾ ਪਾਣੀ ਨਹੀਂ ਹੈ ਤੇ ਆਪ ਕੁਝ ਕਰੋ, ਤੇ ਕਹਿਣਾ ਵੀ ਮੈਂ ਰਾਜੇ ਦੀ ਨੌਕਰੀ ਕਰਦਾ ਹਾਂ ਤੇ ਰਾਜੇ ਦੇ ਦਰਬਾਰ ਵਿੱਚ ਮੈਂ ਕਥਾ ਕਰਦਾ ਹਾਂ, ਤੇ ਜਦੋਂ ਕਥਾ ਹੋਵੇਗੀ ਨਾ ਉਦੋਂ ਆਪਾਂ ਨੂੰ ਪਦਾਰਥ ਮਿਲ ਜਾਣਗੇ। ਘਰੇ ਇਹ ਗੱਲ ਕਹਿ ਕੇ ਤੇ ਆਪ ਨੇ ਭਗਤੀ ਕਰਨ ਤੁਰ ਪੈਣਾ, ਭਗਤੀ ਕਰਦੇ ਰਹਿਣਾ। ਸਮਾਂ ਬਤੀਤ ਹੁੰਦਾ ਗਿਆ, ਘਰ ਵਿੱਚ ਅਤਿਅੰਤ ਗਰੀਬੀ ਆ ਗਈ ਹੈ, ਪਰ ਬਚਨ ਉਹੀ ਰੋਜ਼ ਕਹਿ ਦੇਣਾ ਵੀ ਮੈਂ ਤੇ ਰਾਜੇ ਦੀ ਨੌਕਰੀ ਕਰਦਾ ਪਿਆ, ਰਾਜਾ ਆਪੇ ਹੀ ਸਾਨੂੰ ਦਾਨ ਦੇਵੇਗਾ। ਇੰਨੀ ਗੱਲ ਕਹਿ ਕੇ ਆਪ ਨੇ ਤਪ ਕਰਨ ਲੱਗ ਪੈਣਾ। ਇੱਕ ਦਿਨ ਪ੍ਰਮਾਤਮਾ ਦੀ ਖੁਦ ਰਾਜੇ ਬਣ ਕੇ ਆ ਗਏ, ਗੱਡੇ ਭਰ ਕੇ ਸਮਾਨ ਦੇ ਲੈ ਆਂਦੇ, ਸਾਰੀਆਂ ਵਸਤੂਆਂ ਲਿਆ ਕੇ ਘਰ ਵਿੱਚ ਦਿੱਤੀਆਂ, ਤੇ ਭਗਤ ਬੇਣੀ ਜੀਆਂ ਦੀ ਘਰਵਾਲੀ ਨੂੰ ਕਹਿਣ ਲੱਗੇ ਆ ਕੇ, ਭਗਵਾਨ ਜੀ ਕਹਿੰਦੇ ਕਥਾ ਦਾ ਅਜੇ ਮੱਧ ਲੱਗਾ ਹੈ ਤੇ ਮੈਂ ਆ ਸਮਾਨ ਦੇ ਕੇ ਤੁਹਾਨੂੰ ਚੱਲਿਆ ਹਾਂ, ਜਦੋਂ ਕਥਾ ਦਾ ਭੋਗ ਪਵੇਗਾ ਨਾ ਉਦੋਂ ਇਸ ਤੋਂ ਵੀ ਜ਼ਿਆਦੀਆਂ ਵਸਤੂਆਂ ਤੁਹਾਡੇ ਘਰ ਵਿੱਚ ਪਹੁੰਚਾ ਦਿੱਤੀਆਂ ਜਾਣਗੀਆਂ। ਐਸਾ ਬਚਨ ਕਹਿ ਕੇ ਉਸ ਵੇਲੇ ਬੇਅੰਤ ਵਸਤੂਆਂ ਦੇ ਦਿੱਤੀਆਂ। ਫਿਰ ਜਿੱਥੇ ਭਗਤ ਬੇਣੀ ਜੀ ਬੰਦਗੀ ਕਰਦੇ ਪਏ ਨਾ, ਤਪ ਕਰਦੇ ਪਏ, ਫਿਰ ਭਗਵਾਨ ਜੀ ਉੱਥੇ ਪਹੁੰਚ ਗਏ। ਭਗਤ ਬੇਣੀ ਜੀਆਂ ਨੇ ਨੇਤਰ ਖੋਲੇ, ਕੀ ਵੇਖਦੇ ਪਏ? ਹਰੇਕ ਪੱਤੇ ਦੇ ਵਿੱਚ ਭਗਵਾਨ ਜੀ ਦਿਸਦੇ ਪਏ। ਬੋਲੇ ਸੋ ਨਿਹਾਲ। ਹਰੇਕ ਕਣ ਕਣ ਦੇ ਵਿੱਚ ਉਹਨਾਂ ਦਾ ਦਿਦਾਰਾ ਹੁੰਦਾ ਪਿਆ। ਉਸ ਵੇਲੇ ਭਗਵਾਨ ਜੀਆਂ ਨੇ ਦਰਸ਼ਨ ਦਿੱਤੇ ਭਗਤ ਬੇਣੀ ਜੀਆਂ ਨੂੰ, ਅਤੇ ਦਰਸ਼ਨ ਦੇ ਕੇ ਉਸ ਵੇਲੇ ਨਜ਼ਰੋ ਨਜ਼ਰੀ ਨਿਹਾਲ ਕੀਤਾ। ਭਾਈ ਗੁਰਦਾਸ ਜੀ ਬਚਨ ਲਿਖਦੇ ਪਏ, ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਲ। ਗੁਰਮੁਖ ਨੇ ਭਗਤ ਬੇਣੀ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਕਾਂਤ ਵਿੱਚ ਬੈਠ ਕੇ ਉਸ ਵੇਲੇ ਤਪ ਕਰਨ ਲੱਗ ਪੈਂਦੇ। ਘਰੇ ਆਖਦੇ ਮੈਂ ਦਰਬਾਰ ਦੀ ਕਥਾ ਕਰਦਾ, ਰਾਜਾ ਖੁਸ਼ ਹੋਵੇਗਾ ਤੇ ਸਾਨੂੰ ਬਹੁਤ ਕੁਝ ਦੇਵੇਗਾ। ਕਰਮ ਕਰੇ ਅਧਿਆਤਮੀ ਹੋਰ ਤ ਕਿਸੇ ਨਾ ਅਲੱਖ ਲਖਾਵੇ। ਅਧਿਆਤਮੀ ਕਰਮ ਕਰਦਾ ਪਿਆ, ਪ੍ਰਮਾਤਮਾ ਦੀ ਪ੍ਰਾਪਤੀ ਵਾਲੇ। ਘਰ ਆਇਆ ਜਾਂ ਪੁੱਛੀਏ ਰਾਜ ਦੁਆਰ ਗਿਆ ਅਲੱਗ, ਇਹ ਕੋਈ ਗੱਲ ਝੂਠੀ ਨਹੀਂ ਹੈ। ਜਦੋਂ ਘਰੇ ਆਵੇ ਘਰ ਵਾਲੀ ਪੁੱਛੇ ਵੀ ਕਿੱਥੇ ਗਏ ਸੀ ਤੇ ਕਿੱਥੋਂ ਆਏ ਹੋ, ਕਹਿੰਦੇ ਰਾਜੇ ਕੋਲ ਗਿਆ ਸੀ, ਉੱਥੇ ਮੈਂ ਜਾ ਕੇ ਕਥਾ ਵਾਰਤਾ ਸੁਣਾਉਂਦਾ। ਇਹ ਬਚਨ ਉਸ ਵੇਲੇ ਕਹਿ ਦਿੰਦੇ। ਘਰ ਸਭ ਵਸਤੂ ਮੰਗੀਆਂ ਵਲ ਛਲ ਕਰਕੇ ਝੱਟ ਲੰਘਾਵੇ। ਹੁਣ ਘਰ ਵਾਲੀ ਜਿਹੜੀ ਹੈ ਉਹ ਕਦੇ ਆਖੇ ਵੀ ਅੱਜ ਘਰ ਵਿੱਚ ਨਮਕ ਨਹੀਂ ਹੈ, ਅੱਜ ਹਲਦੀ ਨਹੀਂ ਹੈ, ਅੱਜ ਮਿਰਚਾਂ ਨਹੀਂ, ਅੱਜ ਕੋਈ ਘਿਓ ਨਹੀਂ ਹੈ ਘਰ ਦੇ ਵਿੱਚ, ਅੱਜ ਕੋਈ ਸਬਜ਼ੀ ਭਾਜੀ ਨਹੀਂ ਹੈ, ਅੱਜ ਕਦੇ ਆਟਾ ਨਹੀਂ ਹੈ। ਉਹ ਰੋਜ਼ ਕੋਈ ਨਾ ਕੋਈ ਮੰਗ ਕਰਿਆ ਕਰੇ, ਤੇ ਭਗਤ ਬੇਣੀ ਜੀ ਕੋਈ ਨਾ ਕੋਈ ਅੱਗੋਂ ਬਹਾਨਾ ਲਾ ਦਿਆ ਕਰਨ ਵੀ ਰਾਜੇ ਕੋਲੋਂ ਅੱਜ ਤਨਖਾਹ ਨਹੀਂ ਮਿਲੀ ਹੈ, ਅੱਜ ਰਾਜਾ ਨਹੀਂ ਮਿਲਿਆ, ਅੱਜ ਵਜ਼ੀਰ ਨਹੀਂ ਮਿਲਿਆ, ਅੱਜ ਉਹਦਾ ਕੋਈ ਖਜ਼ਾਨਾ ਮੰਤਰੀ ਨਹੀਂ ਮਿਲਿਆ। ਕੋਈ ਨਾ ਕੋਈ ਇਹੋ ਜਿਹਾ ਬਚਨ ਕਰਕੇ ਤੇ ਆਪ ਨੇ ਫਿਰ ਜੰਗਲ ਵਿੱਚ ਜਾ ਕੇ ਫਿਰ ਉੱਥੇ ਬੰਦਗੀ ਕਰ ਲੈਣਾ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੇ। ਪਰਮਾਤਮਾ ਪਰਖ ਕਰਦਾ ਪਿਆ, ਹੋਰ ਪਰਖ ਹੁੰਦੀ ਹੈ, ਗਰੀਬੀ ਆਉਂਦੀ ਜਾਂਦੀ ਹੈ, ਘਰ ਵਿੱਚੋਂ ਸਭ ਕੁਝ ਅੰਨ ਪਾਣੀ ਮੁੱਕ ਗਿਆ ਹੈ, ਪਰ ਭਗਤ ਬੇਣੀ ਜੀ ਬੰਦਗੀ ਕਰਦੇ ਰਹਿ। ਪੈਜ ਸਵਾਰੀ ਭਗਤ ਦੀ ਰਾਜਾ ਹੋਏ ਕਹਿ ਘਰ ਚੱਲਿਆ। ਫਿਰ ਜਦੋਂ ਉਹਦੀ ਪਰਖ ਪੂਰੀ ਹੋਈ ਨਾ, ਭਗਵਾਨ ਜੀ ਆਪ ਰਾਜੇ ਬਣ ਗਏ। ਗੱਡੇ ਸਮਾਨ ਦੇ ਭਰ ਲੈ, ਸਭ ਕੁਝ ਲਿਆ ਕੇ ਘਰੇ ਦੇ ਦਿੱਤਾ। ਕਹਿਣ ਲੱਗੇ ਲਓ ਜੀ ਬੇਣੀ ਸਾਡੇ ਕੋਲ ਕਥਾ ਕਰਦਾ ਹੈ, ਕਥਾ ਦਾ ਮੱਧ ਲੱਗ ਗਿਆ, ਅਸੀਂ ਬੜੇ ਖੁਸ਼ ਹੋਏ ਆ, ਇਹ ਸਮਾਨ ਉਹਦੇ ਵਾਸਤੇ ਅਸੀਂ ਤੁਹਾਨੂੰ ਦੇ ਕੇ ਚੱਲੇ ਆ। ਦੇ ਦਿਲਾਸਾ ਤੁਸ ਕੈ ਅਣਗਿਣਤੀ ਖਰਚੀ ਪਹੁੰਚਾਵੇ। ਨਾਲ ਹੀ ਦਿਲਾਸਾ ਦਿੱਤਾ ਪਰਿਵਾਰ ਨੂੰ, ਫਿਕਰ ਨਾ ਕਰੋ, ਜਿੰਨਾ ਖਰਚਾ ਤੁਹਾਨੂੰ ਚਾਹੀਦਾ ਅਸੀਂ ਆਪਣੇ ਆਪ ਹੀ ਭੇਜ ਦਿਆ ਕਰਾਂਗੇ, ਤੁਹਾਨੂੰ ਹੁਣ ਕਿਸੇ ਚੀਜ਼ ਦੀ ਘਾਟ ਜਾਂ ਤੋਟ ਨਹੀਂ ਆਵੇਗੀ। ਉਥੋਂ ਆਇਆ ਭਗਤ ਪਾਸ ਹੋਏ ਦਿਆਲ ਹੇਤ ਉਪਜਾਵੇ। ਫਿਰ ਘਰੋਂ ਹੋ ਕੇ ਭਗਵਾਨ ਜੀ ਜਿੱਥੇ ਬੰਦਗੀ ਕਰਦੇ ਪਏ ਬੇਣੀ ਭਗਤ ਜੀ, ਉੱਥੇ ਆ ਕੇ ਦਰਸ਼ਨ ਦਿੱਤੇ। ਪੱਤੇ ਪੱਤੇ ਦੇ ਵਿੱਚੋਂ, ਕਣ ਕਣ ਦੇ ਵਿੱਚੋਂ, ਜਰੇ ਜਰੇ ਦੇ ਵਿੱਚੋਂ ਉਸ ਵੇਲੇ ਭਗਤ ਬੇਣੀ ਜੀਆਂ ਨੂੰ ਦਰਸ਼ਨ ਹੋਏ। ਭਗਤ ਜਨਾ ਜੈਕਾਰ ਕਰਾਵੇ। ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਭਗਤਾਂ ਦਾ ਜੈਕਾਰ ਹੋਇਆ ਹੈ। ਇਹ ਬੇਣੀ ਭਗਤ ਜੀ ਦਾ ਇਤਿਹਾਸ ਹੈ ਕਿ ਆਪ ਜੀ ਨੂੰ ਇਸ ਤਰ੍ਹਾਂ ਬੰਦਗੀ ਕਰਦਿਆਂ ਕਰਦਿਆਂ ਭੁੱਖੇ ਤੇ ਪਿਆਸੇ ਰਹਿ ਕੇ ਸਿਮਰਨ ਵਿੱਚ ਜੁੜੇ ਰਹਿ। ਘਰ ਵਾਸਤੇ ਸੰਸਾਰ ਵਾਸਤੇ ਕੁਝ ਨਹੀਂ ਮੰਗਿਆ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਵ। ਮਹਾਰਾਜ ਕੀ ਮੰਗੀਏ, ਦੁਨੀਆ ਤੇ ਕੁਝ ਰਹਿਣਾ ਨਹੀਂ, ਕੇਵਲ ਬੰਦਗੀ ਮੰਗੀ ਹੈ। ਪਰਮਾਤਮਾ ਨੇ ਭੰਡਾਰੇ ਵੀ ਦਿੱਤੇ, ਆਪ ਵੀ ਆਇਆ, ਦਰਸ਼ਨ ਦੇ ਕੇ ਨਿਹਾਲ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੁਣ ਸਾਖੀ
ਮਨ ਜਪ ਪਿਆਰ। ਭਾਈ ਪਿਆਰਿਆ, ਇਹ ਸਾਖੀਆਂ ਸੁਣ ਭਗਤ ਤਰਲੋਚਨ ਦੀਆਂ, ਸਾਖੀਆਂ ਸੁਣ ਭਗਤ ਬੇਣੀ ਦੀਆਂ, ਸਾਖੀ ਸੁਣੀਆਂ ਭਗਤ ਧੰਨਾ ਜੀ ਦੀ, ਤੇਰੇ ਮਨ ਵਿੱਚ ਪਿਆਰ ਪੈਦਾ ਹੋਣਾ ਕਰੇ। ਏ ਮਨ ਤੂੰ ਪੀ ਹੋਏ ਦਾਸ। ਮਹਾਰਾਜ ਕਹਿਣ ਲੱਗੇ, ਹੇ ਬਣਾ ਤੂੰ ਵੀ ਦਾਸ ਬਣ ਜਾ, ਸੇਵਕ ਬਣ ਜਾ, ਰੱਬ ਦਾ ਬੰਦਗੀ ਕਰਿਆ ਕਰ, ਤੇਰਾ ਵੀ ਭਲਾ ਹੋਵੇ। ਗੁਰਮੁਖੋ ਵੇਖੋ, ਇਹ ਜੀਵਨ ਹੈ ਭਗਤਾਂ ਦਾ। ਇਹ ਸਾਡੇ ਮਨ ਨੂੰ ਚੋਟ ਪਹੁੰਚਦੀ ਹੈ ਨਾ, ਸਾਡੇ ਮਨ ਨੂੰ ਇਹ ਪ੍ਰਸੰਗ ਸੁਣ ਕੇ ਸਾਡਾ ਵੀ ਮਨ ਕਰਦਾ ਵੀ ਅਸੀਂ ਵੀ ਇਸ ਤਰ੍ਹਾਂ ਬੰਦਗੀ ਕਰਕੇ ਉਹਦੇ ਦਾਸ ਬਣ ਜਾਈਏ ਪ੍ਰਮਾਤਮਾ ਦੇ, ਸਾਡਾ ਵੀ ਜੀਵਨ ਸਫਲਾ ਹੋਵੇ। ਇਹ ਮਹਾਰਾਜ ਨੇ ਭਗਤਾਂ ਦੇ ਜੀਵਨ ਵਿੱਚੋਂ ਸਾਨੂੰ ਇਹ ਗਿਆਨ ਬਖਸ਼ਿਸ਼ ਕੀਤਾ ਹੈ। ਇਹ ਸ਼ਬਦ ਜਿਹੜਾ ਹੈ, ਇਹਦੀਆਂ ਬਾਕੀ ਪੌੜੀਆਂ ਫਿਰ ਆਪਾਂ ਕੱਲ ਦੇ ਦੀਵਾਨ ਵਿੱਚ ਭਗਤ ਜੈਦੇਵ ਜੀਆਂ ਦਾ ਅਤੇ ਭਗਤ ਸੈਨ ਨਾਈ ਜੀਆਂ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਕੱਲ ਨੂੰ ਫਿਰ ਅੱਗੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਭੁਲਾ ਦੀ ਮੁਆਫੀ, ਦੇਖਿਆ ਕਥਾ ਹੈ ਨਾ ਛੂਟੀਐ, ਬਖਸ਼ਨਹਾਰ ਬਖਸ਼ ਲੈ। ਧੰਨੇ ਸੇਵਿਆ ਬਾਲ ਬੁੱਧ, ਤਰਲੋਚਨ ਗੁਰ ਮਿਲ ਭਈ ਸਿੱਧ। ਬੈਣੀ ਕੋ ਗੁਰ ਕੀਓ ਪ੍ਰਗਾਸ, ਰੇ ਮਨ ਤੂੰ ਵੀ ਹੋਏ ਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।